ਜੀ ਆਇਆਂ ਨੂੰ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਪ੍ਰੋਗਰਾਮ ਪੰਜਾਬੀ ਸੱਤ ਲੈ ਕੇ ਹਾਜ਼ਰ ਹਾਂ। ਮੈਂ ਹਾਂ ਰਵਨੀਕ ਕੌਰ ਤੇ ਮੇਰੇ ਨਾਲ ਨੇ ਚਰਨਜੀਤ ਜੋਗੀ। ਸਤਿ ਸ਼੍ਰੀ ਅਕਾਲ ਰਵਨੀਕ ਕੌਰ ਜੀ, ਕੀ ਹਾਲ ਚਾਲ? ਬਹੁਤ ਵਧੀਆ। ਮੈਂ ਨਹੀਂ ਫੋਨ ਸੁਣਨ ਦੇਣਾ, ਰੱਖੋ ਛੇਤੀ ਰੱਖੋ। ਓਏ ਫੋਨ ਸੁਣਨਾ ਨਹੀਂ ਹੈਗਾ। ਹਾਂ ਮੈਸੇਜ ਆ। ਮੈਸੇਜ? ਹਾਂਜੀ। ਕਿਹਦਾ? ਤੈਨੂੰ ਪਤਾ ਹੈ ਮੈਨੂੰ ਕਿਹਦਾ ਆਉਂਦਾ? ਬੌਸ। ਤੇ ਬਿਲਕੁਲ, ਹੋਰ ਕਿਉਂਕਿ ਸਾਡਾ ਪਿਆਰ ਬਹੁਤ ਆ। ਅੱਛਾ। ਹਾਂ, ਤੇ ਉਹਨਾਂ ਦਾ ਮੈਸੇਜ ਆ ਗਿਆ। ਨਹੀਂ ਬੌਸ ਹੁਣ ਤੁਹਾਨੂੰ ਮੈਸੇਜ ਵੀ ਕਰਦੇ ਆ? ਯਾਰ ਦੇਖੋ, ਯਾਰ ਮੇਰੇ ਨਾਲ ਕਿਉਂ ਨਹੀਂ ਰਾਬਤਾ ਕਰਦੇ ਕੋਈ ਵੀ? ਦੇਖੋ ਫਰਕ ਹੁੰਦਾ ਥੋੜਾ ਜਿਹਾ। ਅੱਛਾ। ਹਾਂਜੀ, ਤਬੀਅਤਾਂ ਦੇ ਵਿੱਚ, ਸ਼ਖਸੀਅਤਾਂ ਦੇ ਵਿੱਚ। ਬੱਲੇ। ਹਾਂਜੀ, ਸੋ ਉਹਨਾਂ ਨੇ ਮੈਨੂੰ ਮੈਸੇਜ ਘੱਲਿਆ। ਕੀ ਹੈ ਭਲਾ? ਸਕ੍ਰਿਪਟ। ਸਕ੍ਰਿਪਟ? ਕਾਹਦੀ ਸਕ੍ਰਿਪਟ ਆ? ਫਿਲਮ ਦੀ। ਮੈਂ ਨਹੀਂ ਉਹ ਕਰਨੀ ਫਿਲਮ, ਹੱਥ ਜੁੜੇ ਦੋ। ਓਏ ਹੋਏ, ਰੱਖੋ ਇਹਨੂੰ। ਨਹੀਂ 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 ਨਹੀਂ, ਰੱਖਣ ਵਾਲੀ ਗੱਲ ਨਹੀਂ ਹੈਗੀ। ਹਾਂ, ਫਿਲਮ ਦੀ ਸਕ੍ਰਿਪਟ ਆ। ਤੂੰ ਨਹੀਂ ਵਧੀਆ ਵਧੀਆ ਰੋਲ ਛੱਡ ਦੇਣੇ ਆ ਤੂੰ। ਮੈਂ ਨੋ ਲਿਖ ਦਵਾਂ, ਨੋ ਲਿਖ ਦਵਾਂ ਹੁਣ ਮੈਂ? ਲਿਖੋ। ਨਹੀਂ ਨਹੀਂ ਨਹੀਂ, ਤੂੰ ਸਕ੍ਰਿਪਟ ਤਾਂ ਸੁਣ ਲੈ। ਸੁਣਾਓ। ਲਓ ਜੀ, ਫਿਲਮ ਹੈਗੀ ਬਹੁਤ ਵਧੀਆ, ਸਰਕਸ ਦੇ ਉੱਪਰ ਆ। ਮੈਂ ਕੋਈ ਰਿੰਗ ਮਾਸਟਰ ਦਾ ਰੋਲ ਨਹੀਂ ਕਰਨਾ। ਤੈਨੂੰ ਪਤਾ ਹੋਣਾ ਚਾਹੀਦਾ। ਸ਼ਾਹਰੁਖ ਖਾਨ ਦਾ ਇੱਕ ਸੀਰੀਅਲ ਆਇਆ ਸੀ ਸਰਕਸ। ਹਾਂ। ਅਗਲਾ ਉੱਥੋਂ ਹੀ ਕਿੱਥੇ ਕਿੱਥੇ ਪਹੁੰਚ ਗਿਆ। ਇਹ ਗੱਲ ਤੇ ਸਹੀ ਹੈ। ਅੱਜ ਸੁਪਰਸਟਾਰ ਆ। ਹਾਂ, ਤੇ ਮੇਰੀ ਵੀ ਸ਼ੁਰੂਆਤ ਹੋ ਸਕਦੀ ਹੈ। ਚ ਕਿਹੜੀ ਗੱਲ ਹੈ? ਹਾਂ, ਸਰਕਸ ਦੇ ਵਿੱਚੋਂ। ਓਏ ਹੋਏ ਹੋਏ ਹੋਏ। ਲਓ ਜੀ, ਸਰਕਸ ਦਾ ਇੱਕ ਸੀਨ ਆ। ਅੱਛਾ। ਸ਼ੇਰ ਪਿੰਜਰੇ ਦੇ ਵਿੱਚ ਬੈਠਾ ਹੈ। ਠੀਕ ਹੈ ਜੀ। ਤੁਸੀਂ ਆਪਣੇ ਐਨ ਉਹ ਕੱਪੜੇ ਪਾ ਕੇ, ਸਰਕਸ ਵਾਲੇ ਸਾਰੇ ਜੋ ਵੀ ਜਿੱਦਾਂ ਦੀ ਉਹ ਡਰੈਸ ਹੁੰਦੀ ਹੈ, ਐਨ ਤਿਆਰ ਹੋ ਕੇ ਤੁਸੀਂ ਜਾਣਾ ਜੀ। ਅੱਛਾ। ਸ਼ੇਰ ਨੇ ਨਹੀਂ ਆਉਣਾ। ਕਿਉਂ? ਸ਼ੇਰ ਸੁੱਤਾ ਪਿਆ ਪਿੰਜਰੇ ਦੇ ਵਿੱਚ। ਅੱਛਾ। ਤੁਸੀਂ ਜਾਣਾ ਉਹਦੇ ਪਿੰਜਰੇ ਦੇ ਵਿੱਚ। ਹਾਂ। ਤੁਸੀਂ ਉਹਦੇ ਬਸ ਕੋੜਾ ਹੀ ਮਾਰਨਾ। ਉਹ ਜਿਹੜਾ ਸ਼ੈਂਟਾ ਜਿਹਾ ਹੁੰਦਾ ਜਿਹੜਾ, ਤੁਸੀਂ ਉਹਦੇ ਮਾਰਨਾ। ਬਸ ਫਿਰ ਬਾਕੀ ਕੰਮ ਸ਼ੇਰ ਦਾ ਹੀ ਆ। ਅੱਛਾ। ਤੁਹਾਡਾ ਕੋਈ ਕੰਮ ਨਹੀਂ ਉਸ ਤੋਂ ਬਾਅਦ। ਉਸ ਤੋਂ ਬਾਅਦ ਮੇਰਾ ਸਰਕਸ ਤੇ ਮੈਂ ਦੋਨੋਂ ਹੀ ਡੱਬਾ ਬੰਦ ਹੈ ਨਾ? ਨਹੀਂ ਨਹੀਂ ਨਹੀਂ, ਡੱਬਾ ਬੰਦ ਕਿਉਂ? ਹਾਂ, ਸਰਕਸ ਚੱਲੇਗੀ। ਹਾਂ, ਡੱਬਾ ਬੰਦ ਤਾਂ ਇੱਕੋ ਹੀ ਚੀਜ਼ ਹੋਏਗੀ। ਕੀ? ਤੁਸੀਂ। ਅੱਛਾ। ਯਾਰ ਉਸ ਡੱਬੇ ਦੇ ਨਾਲ ਮੈਂ ਕਹਾਂ ਜੀ, ਦੇਖੋ ਕੈਸੀਆਂ ਕੈਸੀਆਂ ਵਾਇਲਨਾਂ ਵੱਜਣਗੀਆਂ। ਆਹਾ, ਓਏ ਹੋਏ, ਕੈਸਾ ਕੈਸਾ ਸੰਗੀਤ। ਸ਼ਰਧਾਂਜਲੀ ਸਮਾਗਮ। ਨਹੀਂ ਨਹੀਂ, ਸ਼ਰਧਾਂਜਲੀ ਸਮਾਗਮ ਪਤਾ ਇੱਕ ਕਲਾਕਾਰ ਦੀ ਜ਼ਿੰਦਗੀ ਵੀ ਕੀ ਹੈ, ਕਿੱਥੋਂ ਸ਼ੁਰੂ ਕਿੱਥੇ ਖਤਮ। ਬਿਲਕੁਲ। ਅੱਛਾ, ਜੇ ਹੁਣ ਤੁਹਾਡੀ ਇਹ ਗੱਲ ਖਤਮ ਹੋ ਗਈ ਹੋਵੇ, ਕੋਈ ਬੌਸ ਤੁਹਾਨੂੰ ਸਕ੍ਰਿਪਟ ਨਹੀਂ ਭੇਜਦੇ, ਸਭ ਆਪਣੇ ਮਨੋਂ ਲਾਉਂਦੇ ਹੋ? ਲੈ ਦੱਸ ਭਲਾ, ਮਨੋਂ ਕਿਉਂ ਲਾਉਣੀ ਆ ਮੈਂ? ਸਹੀ ਗੱਲਾਂ ਆ। ਜੇਕਰ ਤੂੰ ਕੰਮ ਕਰਨਾ ਹੋਵੇ ਤਾਂ ਦੱਸ ਦੇਈਂ, ਪ੍ਰੋਗਰਾਮ ਤੋਂ ਬਾਅਦ ਆਪਾਂ ਤੇਰੀ ਸਿੱਧੀ ਗੱਲਬਾਤ ਕਰਵਾ ਦੇਣੀ। ਨਹੀਂ, ਮੈਨੂੰ ਕੋਈ ਲੋੜ ਨਹੀਂ ਹੈ। ਧੰਨਵਾਦ ਤੁਹਾਡਾ ਬਹੁਤ ਬਹੁਤ ਆਉਂਦਿਆਂ, ਨਾਲ ਹੀ ਮੇਰੀ ਇੰਨੀ ਫਜ਼ੀਅਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਦੇਖ ਲਓ, ਐਵੇਂ ਖਾਮ-ਖਾ ਤੁਸੀਂ ਤੇ ਸਾਨੂੰ ਇਹ ਇਲਜ਼ਾਮ ਦਿੰਦੇ ਹੋ। ਅਸੀਂ ਤਾਂ ਲੜਦੇ ਹੀ ਨਹੀਂ ਕਿਸੇ ਦੇ ਨਾਲ। ਹਾਂ, ਨਾ ਕਿਸੇ ਨਾਲ ਲੜਦੇ ਆ, ਨਾ ਕਿਸੇ ਨਾਲ ਝਗੜਦੇ ਆ। ਅਸੀਂ ਤਾਂ ਸਲਾਹਾਂ ਦਿੰਦੇ ਕਿ ਭਾਈ, ਜੇਕਰ ਤੇਰਾ ਕਿਤੇ ਵੀ ਕੰਮ ਕੋਈ ਸੂਤ ਆਉਂਦਾ ਤੇ ਤੂੰ ਆਪਣਾ ਕੰਮ ਸੂਤ ਲਿਆ। ਅੱਛਾ। ਹਾਂ, ਤੇ ਤੇਰਾ ਜੇਕਰ ਫਿਲਮ ਦੇ ਵਿੱਚ ਕੰਮ ਸੂਤ ਆ ਸਕਦਾ, ਪੋਸਟਰ ਲੱਗੇ ਹੋਣਗੇ, ਓਏ ਹੋਏ ਹੋਏ, ਪੋਸਟਰਾਂ ਦੇ ਵਿੱਚ ਸ਼ੇਰ ਬੈਠਾ ਹੋਊਗਾ ਡੱਬੇ ਦੇ ਉੱਪਰ। ਡੱਬੇ 'ਚ ਮੈਂ। ਹਾਂ, ਡੱਬੇ 'ਚ ਤੂੰ। ਡੱਬੇ ਮੇਂ ਡੱਬਾ, ਡੱਬੇ ਮੇਂ ਡੱਬਾ, ਡੱਬੇ ਕੇ ਜੱਬਾ, ਜੱਬਾ ਜੱਬਾ। ਵੈਸੇ ਜੋਗੀ ਜੀ, ਤੁਹਾਡੀਆਂ ਸਲਾਹਾਂ ਹਮੇਸ਼ਾ ਪੁੱਠੀਆਂ ਹੁੰਦੀਆਂ ਨੇ। ਅੱਜ ਕਿਹੜੀ ਹੋਰ ਪੁੱਠੀ ਸਲਾਹ ਲੈ ਕੇ ਆਏ ਹੋ ਆਪਣੇ ਦਰਸ਼ਕਾਂ ਦੇ ਲਈ? ਦੇਖੋ, ਗੱਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਨੂੰ ਸਲਾਹ ਦੇਣੀ ਪੈਂਦੀ ਹੈ, ਕਿਸੇ ਨੂੰ ਮੰਨਣੀ ਪੈਂਦੀ ਹੈ। ਫ੍ਰੀ ਦੀ। ਹਾਂ, ਫ੍ਰੀ ਦੀ। ਜਿਹੜਾ ਬੰਦਾ ਸਲਾਹ ਦਿੰਦਾ ਜੀ, ਉਹ ਵੀ ਚੰਗਾ ਹੁੰਦਾ ਹੈ। ਜਿਹੜਾ ਬੰਦਾ ਉਹ ਸਲਾਹ ਮੰਨ ਲਵੇ, ਉਹ ਵੀ ਚੰਗਾ ਹੁੰਦਾ। ਦੇਖੋ, ਘਰਾਂ ਦੇ ਵਿੱਚ ਦੋ ਭਾਂਡੇ ਹੁੰਦੇ ਆ, ਉਹ ਹਮੇਸ਼ਾ ਖੜਕਦੇ ਰਹਿੰਦੇ। ਠੀਕ ਹੈ ਨਾ? ਇਸੇ ਤਰ੍ਹਾਂ ਹੀ ਮੀਆਂ ਬੀਵੀ ਆਪਸ ਦੇ ਵਿੱਚ ਕਦੇ ਨਾ ਕਦੇ ਖਿੱਚ ਦੁਨੀਆ, ਭਾਵੇਂ ਸਿਆਣੇ ਆਖਦੇ ਨੇ ਕਿ ਸਾਰੀ ਦੁਨੀਆ ਮੁੱਕ ਸਕਦੀ ਹੈ, ਪਰ ਇਹ ਮੀਆਂ ਬੀਵੀ ਦੀ ਖਿੱਚ ਮੁੱਕ ਨਹੀਂ ਸਕਦੀ ਕਦੇ ਨਹੀਂ। ਤੇ ਜੇਕਰ ਕਿਤੇ ਲੜਾਈ ਹੋ ਜਵੇ, ਹੱਦੋਂ ਵੱਧ ਝਗੜਾ ਵੱਧ ਜਵੇ, ਤਾਂ ਆਪਣੀ ਘਰ ਵਾਲੀ ਨੂੰ ਇਹ ਸਲਾਹ ਮੈਂ ਦੇ ਰਿਹਾ, ਕਦੇ ਵੀ ਪਾਗਲ ਨਹੀਂ ਕਹਿਣਾ। ਪਾਗਲ ਔਰਤ ਬਿਲਕੁਲ ਨਹੀਂ ਕਹਿਣਾ। ਨਾ ਨਾ, ਤੁਸੀਂ ਬਸ ਉਹਨੂੰ ਕਹੋ, ਪਾਗਲ ਕੁੜੀ ਕੀ ਕਰਦੀ ਹੈ। ਮੈਂ ਕਹਾਂ ਜੀ, ਝਗੜਾ ਹੀ ਖਤਮ। ਕੁੜੀ ਸੁਣ ਕੇ ਤਾਂ ਬਸ ਕੰਮ ਹੀ ਖਤਮ ਹੋ ਜਾਂਦਾ। ਸੋ ਇਸ ਕਰਕੇ ਝਗੜਾ ਖਤਮ ਕਰਨ ਦਾ ਇੱਕ ਛੋਟਾ ਜਿਹਾ ਨੁਸਖਾ ਆ। ਵੈਸੇ ਨਾ, ਤੁਹਾਡੀਆਂ ਸਲਾਹਾਂ ਲੋਕਾਂ ਦੇ ਸੱਚੀ ਕੰਮ ਨਹੀਂ ਆਉਂਦੀਆਂ। ਨਾ 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 ਨਾ, ਮੇਰੀਆਂ ਸਲਾਹਾਂ ਤੇ ਲੋਕਾਂ ਦੇ ਕੰਮ ਆਉਂਦੀਆਂ। ਅੱਛਾ। ਹਾਂ, ਮੇਰੀ ਦੇਖੋ ਗੱਲ ਇਹ ਹੈ ਕਿ ਸਲਾਹ ਕੋਈ ਬੰਦਾ ਹਰ ਕਿਸੇ ਨੂੰ ਦਿੰਦਾ ਹੈ। ਜਿਹੜਾ ਬੰਦਾ ਮੰਨ ਕੇ ਉਸ ਸਲਾਹ ਤੇ ਅਮਲ ਕਰ ਲੈਂਦਾ, ਉਹ ਅੱਗੇ ਵੱਧਦਾ। ਬਿਲਕੁਲ ਸਹੀ। ਹੁਣ ਕਿਸੇ ਨੇ ਮੈਨੂੰ ਕੋਈ ਸਲਾਹ ਪੁੱਛੀ, ਕਹਿੰਦਾ ਯਾਰ ਭਾਰ ਘੱਟ ਕਰਨਾ ਹੈ। ਇੱਧਰ ਮੇਰੇ ਵੱਲ ਵੇਖ ਕੇ ਕਿਹਾ ਜਾ ਰਿਹਾ? ਦੇਖੋ, ਤੁਸੀਂ ਵੀ ਕਰਨਾ ਹੋਵੇ ਤਾਂ ਤੁਸੀਂ ਵੀ ਕਰ ਸਕਦੇ ਹੋ। ਜ਼ਰੂਰ। ਅਖਬਾਰ ਦੇ ਵਿੱਚ ਮੈਂ ਕਿਹਾ ਯਾਰ ਬਹੁਤ ਵਾਰੀ ਇਸ਼ਤਿਹਾਰ ਆਉਂਦੇ, ਵੀ ਤੁਸੀਂ ਉਹਨਾਂ ਨੂੰ ਦੇਖ ਲਿਆ ਕਰੋ, ਵੀ ਮੇਰੇ ਕੋਲ ਕਿਹੜਾ ਕੋਈ ਐਡੇ ਕੋਈ ਹੈਗੀ ਹੈ। ਤੁਸੀਂ ਨਾ ਪਤਲੇ ਪਤੰਗ, ਤਾਂ ਕਰਕੇ ਤੁਹਾਨੂੰ ਪੁੱਛਿਆ। ਹਾਂ, ਤੇ ਉਹਨੇ ਜੀ ਵੈਸੇ ਕੀ ਖਾਂਦੇ ਹੋ? ਫਿੱਟ ਰਹਿੰਦੇ ਹੋ? ਖਾਂਦੇ ਹੀ ਨਹੀਂ ਨਾ ਹੈਗੇ, ਹਿਸਾਬ ਨਾਲ ਖਾਈਦਾ। ਅਸੀਂ ਹਵਾ ਵੀ ਖਾਂਦੇ, ਸਾਨੂੰ ਉਹ ਵੀ ਲੱਗ ਜਾਂਦੀ ਹੈ। ਚਲੋ ਫਿਰ ਇਹ ਤਾਂ ਇਦਾਂ ਫਰੀ ਦੀਆਂ ਚੀਜ਼ਾਂ ਕਈ ਵਾਰ ਲੱਗ ਜਾਂਦੀਆਂ ਹੁੰਦੀਆਂ। ਗੱਲ ਇਹ ਹੈ ਕਿ ਉਸ ਬੰਦੇ ਨੇ ਇਸ਼ਤਿਹਾਰ ਪੜ੍ਹਿਆ, ਬਹੁਤ ਮੋਟਾ ਸੀ। ਇਸ਼ਤਿਹਾਰ ਪੜ੍ਹਿਆ ਤੇ ਉਹਦੇ ਵਿੱਚ ਲਿਖਿਆ ਸੀ ਕਿ ਤੁਸੀਂ
5 ਕਿਲੋ ਭਾਰ ਇੱਕ ਹਫ਼ਤੇ ਦੇ ਅੰਦਰ ਅੰਦਰ ਘੱਟ ਕਰੋ। ਯਾਰ ਇਹ ਮੈਨੂੰ ਵੀ ਦੱਸੋ ਪਲੀਜ਼। ਲਓ ਜੀ, ਉਹ ਬੰਦਾ ਕਹਿੰਦਾ ਕਿ ਯਾਰ ਇਹ ਤਾਂ ਬੜਾ ਬਹੁਤ ਵਧੀਆ ਚੀਜ਼ ਹੈ। ਹਫ਼ਤੇ ਦੇ ਵਿੱਚ 5 ਕਿਲੋ ਤੇ ਇਹ ਤਾਂ ਬਹੁਤ ਵਧੀਆ ਗੱਲ ਹੈ। ਇੱਕ ਮਹੀਨੇ 'ਚ ਤੁਹਾਡਾ 20 ਕਿਲੋ ਭਾਰ ਘਟ ਜਾਵੇ, ਹੋਰ ਕੀ ਚਾਹੀਦਾ। ਹਾਂ, ਤੇ ਜੇ ਬੰਦੇ ਦਾ ਭਾਰ ਹੀ 25 ਕਿਲੋ ਹੋਵੇ ਫਿਰ ਲਓ ਜੀ, ਉਹਨੇ ਕੀ ਕੀਤਾ, ਅਖਬਾਰ ਦੇ ਵਿੱਚ ਜਿਹੜਾ ਨੰਬਰ ਦਿੱਤਾ ਸੀ ਨਾ, ਉਸ ਨੰਬਰ ਦੇ ਉੱਪਰ ਫੋਨ ਕੀਤਾ ਜੀ। ਫੋਨ ਕੀਤਾ ਤੇ ਉਹ ਕਹਿੰਦਾ ਜੀ ਹਾਂ ਜੀ ਬਿਲਕੁਲ ਘਟੇਗਾ ਜੀ। ਲਓ ਜੀ, ਉਹਨਾਂ ਨੇ ਭਾਰ ਘਟਾਉਣ ਦੇ ਵਾਸਤੇ ਨਾ ਉਹਨੇ ਜੋ ਡੀਲ ਸੀਗੀ ਉਹ ਹੋ ਗਈ ਫਾਈਨਲ। ਉਹ ਡੀਲ ਦੇ ਮੁਤਾਬਕ ਉਹ ਕਹਿੰਦੇ ਸਵੇਰੇ ਤੁਹਾਡੇ ਘਰ ਦੀ ਘੰਟੀ ਵੱਜੇਗੀ, ਤੁਸੀਂ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਣਾ, ਭਾਰ ਘਟਾਉਣ ਦੀ ਤੁਹਾਨੂੰ ਸਲਾਹ ਤੁਹਾਨੂੰ ਦਿੱਤੀ ਜਾਏਗੀ। ਅੱਛਾ, ਉਹ ਕਹਿੰਦੇ ਠੀਕ ਹੈ ਜੀ। ਸਵੇਰੇ ਉਹ ਬੰਦਾ ਤਿਆਰ ਬਰ ਤਿਆਰ ਬੈਠਾ ਵੀ ਕਦੋਂ ਬੈਲ ਵੱਜੇ। ਬੈਲ ਵੱਜੀ, ਉਹਨੇ ਦਰਵਾਜ਼ਾ ਖੋਲਿਆ, ਮੂਹਰੇ ਸੋਹਣੀ ਸੁਨੱਖੀ ਕੁੜੀ, ਆਹਾ, ਤਿਆਰ ਬਰ ਤਿਆਰ, ਓਏ ਹੋਏ, ਜੋਗਿੰਗ ਸੂਟ ਪਾਇਆ ਹੋਇਆ ਤੇ ਉਹ ਖੜੀ। ਬੰਦਾ ਤਾਂ ਭਮੱਤਰ ਹੀ ਗਿਆ। ਕਹਿੰਦੀ ਜੀ ਤੁਸੀਂ 5 ਕਿਲੋ ਭਾਰ ਘਟਾਉਣਾ ਚਾਹੁੰਦੇ? ਕਹਿੰਦਾ ਹਾਂਜੀ। ਕਹਿੰਦੇ ਚਲੋ ਏਦਾਂ ਕਰੋ, ਜੇਕਰ ਤੁਸੀਂ ਮੈਨੂੰ ਫੜ ਲਿਆ ਤਾਂ ਤੁਹਾਡਾ ਆਪਾਂ ਵਿਆਹ ਹੋ ਜਾਣਾ ਆਪਣਾ ਦੋਨਾਂ ਦਾ। ਉਹ ਕਹਿੰਦਾ ਦਫਾ ਕਰੋ ਬਾਹਰ ਨੂੰ, ਇਹਨੂੰ ਕੁੜੀ ਨੂੰ ਹੀ ਫੜੋ ਪਹਿਲਾਂ। ਕਹਿੰਦੀ ਆ ਜਾਓ, ਫਿਰ ਮੈਨੂੰ ਦੌੜ ਕੇ ਫੜ ਲਓ। ਕੁੜੀ ਮੋਰੇ ਮੋਰੇ ਬੰਦਾ ਮਗਰ ਮਗਰ ਦੌੜ, ਹਫਦਾ। ਲਓ ਜੀ, ਹਫਤਾ ਹੋਇਆ ਇਦਾਂ। ਉਸ ਦੌੜ ਦੇ ਵਿੱਚ ਉਹਦਾ 5 ਕਿਲੋ ਭਾਰ ਘਟ ਗਿਆ। ਮੁੜ ਕੇ ਕੁੜੀ ਆਪਣੇ ਘਰ, ਉਹ ਆਪਣੇ ਘਰ। ਫਿਰ ਉਹਨੇ ਇਸ਼ਤਿਹਾਰ ਦੇਖਿਆ ਕਿ ਤੁਸੀਂ 10 ਕਿਲੋ ਭਾਰ ਘਟਾਉਣਾ ਚਾਹੁੰਦੇ। ਉਹ ਕਹਿੰਦਾ ਯਾਰ ਇਸ ਤੋਂ ਵੀ ਸੋਹਣੀ ਕੁੜੀ ਹੋਊਗੀ। ਉਹਨੇ ਫਿਰ ਫੋਨ ਕੀਤਾ, ਸੱਚੀ ਉਸ ਤੋਂ ਵੀ ਸੋਹਣੀ ਕੁੜੀ ਆਈ। ਫਿਰ ਉਹੀ ਕੰਮ, ਭਾਰ ਵੀ ਉਹਦਾ 10 ਕਿਲੋ ਘਟ ਗਿਆ। ਫਿਰ ਕਹਿੰਦੇ ਇਕੱਠਾ ਹੀ ਤੁਸੀਂ 25 ਕਿਲੋ ਭਾਰ ਘਟਾਉਣਾ ਚਾਹੁੰਦੇ ਆ। ਬੱਲੇ, ਕੌਣ ਚਾਹੇਗਾ? ਬੰਦਾ ਹੀ ਹੁੰਦਾ ਯਾਰ, ਲਾਲਚ ਆ ਗਿਆ ਮਨ ਦੇ ਵਿੱਚ, ਯਾਰ ਕੀ ਪਤਾ ਸ਼ਾਇਦ ਮੈਂ ਇਸ ਤੋਂ ਵੀ ਸੋਹਣੀ ਕੁੜੀ ਨੂੰ ਫੜ ਹੀ ਲਵਾਂਗੇ। ਲਓ ਜੀ, ਬੈਠਾ ਤਿਆਰ ਬਰ ਤਿਆਰ ਹੋ ਕੇ, ਐਨ ਜੋਗਿੰਗ ਸੂਟ ਪਾ ਕੇ, ਉਦਣ ਤਿਆਰੀ ਦੇ ਵਿੱਚ ਪੂਰੀ ਚ। ਉਹਨੇ ਦਰਵਾਜ਼ਾ ਖੋਲਿਆ 25 ਕਿਲੋ ਭਾਰ ਘਟਾਉਣ ਦੇ ਲਈ। ਦਰਵਾਜ਼ਾ ਜਦੋਂ ਖੋਲਿਆ, ਸਾਹਮਣੇ ਕੀ ਦੇਖਦਾ? ਕੀ ਸੀ? ਕੱਡੇ ਮੋਟੀ ਜਿਹੀ ਸੜੀ ਜਿਹੀ ਸ਼ਕਲ, ਆਏ ਹਾਏ, ਉਹਦੇ ਵੱਲ ਦੇਖਣ ਤੇ ਹੀ ਬੰਦਾ ਡਰ ਜਾਵੇ। ਅੱਛਾ, ਉਹ ਖੜੀ ਮੂਹਰੇ। ਉਹ ਕਹਿੰਦੀ 25 ਕਿਲੋ ਭਾਰ ਤੁਸੀਂ ਘਟਾਉਣਾ? ਕਹਿੰਦਾ ਹਾਂਜੀ ਮੈਂ ਹੀ ਘਟਾਉਣਾ। ਕਹਿੰਦੇ ਚੱਲ ਫਿਰ ਮੂਹਰੇ ਮੂਹਰੇ ਦੌੜ, ਜੇ ਮੈਂ ਤੈਨੂੰ ਫੜ ਲਿਆ ਨਾ ਫਿਰ ਹੁਣ ਤੇਰਾ ਮੇਰਾ ਵਿਆਹ ਹੋਊਗਾ। ਲੈ, ਬੰਦਾ ਅੱਜ ਤੱਕ ਹੱਥ ਨਹੀਂ ਆਇਆ। 25 ਛੱਡੋ ਉਹਦਾ ਤੇ 50 ਕਿਲੋ ਘਟ ਗਿਆ ਹੋਣਾ। ਦੇਖੋ ਆਹੀ ਤਾਂ ਗੱਲ ਹੈ, ਤਰੀਕੇ ਆ। ਹੁਣ ਤੁਸੀਂ ਦੱਸੋ, ਤੁਸੀਂ ਭਾਰ ਘਟਾਉਣਾ ਚਾਹੁੰਦੇ ਆ? ਮੈਨੂੰ ਬਿਲਕੁਲ ਤਰੀਕੇ ਹੋਰ ਵੀ ਹੈਗੇ ਮੇਰੇ ਕੋਲ, ਆਪਣੇ ਕੋਲ ਰੱਖੋ। ਲਓ ਜੀ, ਇਸ ਤਰ੍ਹਾਂ ਦੇ ਤਰੀਕੇ ਅਸੀਂ ਤੁਹਾਨੂੰ ਬਹੁਤ ਦੇਣੇ ਆ। ਔਰ ਇਹ ਤਰੀਕੇ ਉਹ ਤਰੀਕੇ ਹੁੰਦੇ ਨੇ ਕਿ ਜਿਹੜੇ ਜ਼ਿੰਦਗੀ ਦੇ ਵਿੱਚ ਸੱਚਮੁੱਚ ਹਸਾਉਂਦੇ ਨੇ। ਔਰ ਹੱਸਦੇ ਆ ਤੁਹਾਨੂੰ ਪਤਾ ਹੱਸਣਾ ਇੱਕ ਐਕਸਰਸਾਈਜ਼ ਆ, ਹੱਸਣਾ ਇੱਕ ਕਸਰਤ ਆ। ਜਦੋਂ ਤੁਸੀਂ ਹੱਸਦੇ ਹੋ ਨਾ, ਤੁਹਾਡੀਆਂ ਮਾਸਪੇਸ਼ੀਆਂ ਜਿਹੜੀਆਂ ਉਹ ਹਰਕਤ ਵਿੱਚ ਆਉਂਦੀਆਂ ਨੇ, ਕਿ ਜਿਹੜੀਆਂ ਜੋ ਤੁਸੀਂ ਜਿਮ ਦੇ ਵਿੱਚ ਜਾਂਦੇ ਹੋ ਉਦੋਂ ਕੰਮ ਆਉਂਦੀਆਂ ਨੇ। ਔਰ 15 ਮਿੰਟ ਦਾ ਹਾਸਾ ਤੇ 1 ਘੰਟੇ ਦਾ ਜਿਮ ਇੱਕੋ ਹੀ ਬਰਾਬਰ ਹੁੰਦੇ ਆ। ਆ ਜਿਹੜੀਆਂ ਤੁਸੀਂ ਹਸਾਉਣ ਵਾਲੀਆਂ ਗੱਲਾਂ ਕਰਦੇ ਹੋ ਨਾ, ਮੈਂ ਤਾਂ ਹੀ ਕਹਾਂ ਮੇਰਾ ਭਾਰ ਕਿਉਂ ਨਹੀਂ ਘਟਦਾ। ਦੇਖੋ ਗੱਲ ਇਹ ਆ ਵੀ ਭਾਰ ਜਿਹੜਾ ਆ ਅਸੀਂ ਤਾਂ ਚਾਹੁੰਦੇ ਭਾਵੇਂ ਦੁਨੀਆ ਤੋਂ ਹੀ ਘਟ ਜਾਵੇ। ਮਤਲਬ ਤੁਸੀਂ ਹਾਲੇ ਵੀ ਡੱਬੇ 'ਚ ਹੀ ਰੱਖਣਾ ਮੈਨੂੰ? ਨਹੀਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਔਰ ਜ਼ਿੰਦਗੀ ਦੇ ਵਿੱਚ ਜਿਹੜੇ ਹਾਸੇ ਹੁੰਦੇ ਨੇ ਜੀ, ਉਹ ਹੱਸਦੇ ਰਹਿਣਾ ਚਾਹੀਦਾ। ਜੇਕਰ ਹਾਸਿਆਂ ਨਾਲ ਭਾਰ ਵੱਧਦਾ ਤੇ ਵਧਾ ਲਓ, ਤੇ ਜੇਕਰ ਨਫ਼ਰਤਾਂ ਦਾ ਭਾਰ ਵੱਧਦਾ ਤੇ ਉਹਨੂੰ ਘਟਾ ਲਓ। ਕੀ ਬਾਤ ਹੈ, ਖਤਮ ਹੀ ਕਰ ਦਿਓ। ਬਿਲਕੁਲ ਜੀ, ਨਫ਼ਰਤਾਂ ਸਾਡੇ ਜੋ ਮਾਹੌਲ ਦੇ ਵਿੱਚ ਨੇ ਨਾ, ਉਹਦੇ 'ਚ ਸਭ ਤੋਂ ਜ਼ਿਆਦਾ ਯੋਗਦਾਨ ਅੱਜ ਕੱਲ੍ਹ ਦੇ ਨੇਤਾਵਾਂ ਦਾ ਜੀ। ਔਰ ਇਸੇ ਕਰਕੇ ਅਸੀਂ ਲੈ ਕੇ ਆਉਂਦੇ ਹਾਂ ਸਿਆਸੀ ਸਰਗੋਸ਼ੀਆਂ, ਕੁਝ ਤੱਤੀਆਂ ਜੀ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰ ਲੈਂਦੇ ਹਾਂ ਕੈਨੇਡਾ ਦੀ। ਕੈਨੇਡਾ ਦੇ ਵਿੱਚ 23 ਔਰਤਾਂ ਜਿਹੜੀਆਂ ਨੇ, ਐਤਕੀ 23 ਪੰਜਾਬਣਾਂ ਜਿਹੜੀਆਂ ਨੇ, ਉਹਨਾਂ ਨੇ ਸੰਸਦੀ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣੀ ਹੈ, ਮੈਦਾਨ 'ਚ ਆਈਆਂ ਨੇ। ਬਿਲਕੁਲ ਜੀ, ਦੇਖੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਔਰ 20 ਸਤੰਬਰ ਨੂੰ ਉਹ ਵੋਟਾਂ ਪਾਈਆਂ ਜਾਣੀਆਂ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਚੋਣਾਂ ਹੁੰਦੀਆਂ ਨੇ, ਪਤਾ ਹੀ ਨਹੀਂ ਲੱਗਦਾ ਕਿ ਚੋਣਾਂ ਹੋ ਵੀ ਗਈਆਂ, ਖਤਮ ਵੀ ਹੋ ਗਈਆਂ, ਰਿਜ਼ਲਟ ਵੀ ਆ ਗਏ। ਪਰ ਇਹ ਗੱਲ ਇਹ ਹੈ ਕਿ ਜੇਕਰ 23 ਜਿਹੜੀਆਂ ਉਹ ਔਰਤਾਂ ਕਿਸਮਤ ਅਜ਼ਮਾ ਰਹੀਆਂ ਨੇ, ਔਰ ਉਹਨਾਂ ਦੇ ਵਿੱਚ ਮੈਂ ਤਾਂ ਤੈਨੂੰ ਸਲਾਹ ਦਵਾਂਗਾ ਕਿ ਤੂੰ ਵੀ ਚੋਣ ਲੜ ਲੈਂਦੀ। ਤੈਨੂੰ ਕੀ ਸੀ, ਮਧੋੜੀ ਤਾਂ ਤੂੰ ਆਪ ਹੈ, ਲੜਦੀ ਤੂੰ ਵੀ। ਆਹੋ, ਮੈਂ ਤੁਹਾਡੇ ਨਾਲ ਲੜ ਲਵਾਂ ਇੰਨਾ ਹੀ ਬਹੁਤ, ਮੈਂ ਘਰ ਦੇ ਨਾਲ ਲੜ ਲਵਾਂ ਇੰਨਾ ਹੀ ਬਹੁਤ। ਓਏ ਤੂੰ ਤਾਂ ਸਾਡੀ ਤਾਈ ਵਾਲੀ ਗੱਲ ਹੈ। ਕਿੱਦਾਂ? ਸਾਡੀ ਤਾਈ ਨਾ ਜਿਹੜੀ ਆ, ਉਹ ਵੀ ਇਦਾਂ ਦੀ ਤੇਰੇ ਵਰਗੀ ਆ। ਅੱਛਾ, ਤੇਰੇ ਵਰਗੇ ਸੁਭਾਅ ਚੱਕੀ ਫਿਰਦੀ। ਇੱਕ ਵਾਰੀ ਪਿੰਡ ਵਾਲੇ ਇਕੱਠੇ ਹੋ ਕੇ ਆਏ, ਉਹ ਕਹਿੰਦੇ ਵੀ ਏਦਾਂ ਵੀ ਆਪਾਂ ਗੇਜਾ ਸਿੰਘ ਨੂੰ ਸਰਪੰਚ ਬਣਾ ਦਈਏ, ਵੀ ਇਹਨੂੰ ਚੋਣ ਲੜਾ ਦਈਏ। ਠੀਕ ਹੈ ਜੀ। ਲਓ ਜੀ, ਘਰ ਆ ਗਏ ਤੇ ਘਰੇ ਤਾਈ ਬੈਠੀ। ਤਾਈ ਨੇ ਪਤੀਲਾ ਚੜਾਇਆ ਚਾਹ ਦਾ ਉਹਨਾਂ ਨੂੰ ਪਿਲਾਉਣ ਦੇ ਵਾਸਤੇ, ਤੇ ਬੰਦੇ ਇਕੱਠੇ ਹੋਏ। ਕਹਿੰਦੇ ਵੀ ਗੱਲ ਹੈਗੀ ਇੱਦਾਂ ਵੀ ਦੋਨੋਂ ਜਣੇ ਮੀਆਂ ਬੀਵੀ ਬਹਿ ਜਾਓ ਸਾਡੇ ਕੋਲ, ਵੀ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਗੇਜਾ ਸਿੰਘ ਨੂੰ ਇਲੈਕਸ਼ਨ ਲੜਾ ਦਈਏ, ਵੀ ਇਹ ਚੋਣ ਲੜੇ, ਵੀ ਦੱਸੋ ਲੜੂਗਾ? ਤੇ ਵਿੱਚੋਂ ਤਾਈ ਬੋਲ ਪਈ। ਕੀ ਕਹਿੰਦੀ? ਕਹਿੰਦੀ ਇਹ ਨਹੀਂ ਲੜੂਗਾ ਜੀ,
ਸਾਨੂੰ ਨਹੀਂ ਕੁਝ ਵੀ ਚਾਹੀਦੀ, ਨਾ ਪੰਚ ਨਾ ਸਰਪੰਚ, ਅਸੀਂ ਆਪਸ ਵਿੱਚ ਹੀ ਲੜ ਲਿਆ ਕਰਨਾ। ਸੋ ਹਿਸਾਬ ਤੇਰਾ, ਤੂੰ ਮੇਰੇ ਹੀ ਲੜ ਲਿਆ ਕਰਨਾ। ਉਹ ਇਲੈਕਸ਼ਨ ਲੜਦੀ, ਕੋਈ ਮੰਤਰੀ ਬਣਦੀ, ਕੋਈ ਤੂੰ MP ਬਣਦੀ, ਕੋਈ ਸਾਨੂੰ ਵੀ ਕੋਈ ਫਾਇਦਾ ਹੁੰਦਾ, ਤੇਰੇ ਕੋਲੋਂ ਵੀ ਕੋਈ ਚਿੱਠੀ ਚੁੱਠੀ ਲਿਖਾ ਲੈਂਦੇ ਸੀ। ਉਹ ਚਿੱਠੀਆਂ, ਹਾਂ ਚਿੱਠੀਆਂ ਦੀ ਗੱਲ ਵੀ ਕਰ ਲੈਂਦੇ ਆ। ਅੱਜ ਕੱਲ ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਨੇ ਉਹਨਾਂ ਦੇ ਵਿੱਚ ਨਾ ਪ੍ਰਤਾਪ ਸਿੰਘ ਬਾਜਵਾ ਵਾਲੀ ਰੂਹ ਆ ਗਈ ਹੈ। ਓਏ ਹੋਏ, ਬਹੁਤ ਜ਼ਿਆਦਾ ਚਿੱਠੀਆਂ ਲਿਖ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ। ਬਈ ਸੱਚੀ ਮੁੱਚੀ ਨਵਜੋਤ ਸਿੰਘ ਸਿੱਧੂ ਚਿੱਠੀ ਹੋਏ ਫਿਰਦੇ ਨੇ, ਕਦੇ ਆਹ ਚਿੱਠੀ ਲਿਖ ਮਾਰੀ, ਕਦੇ ਆਹ ਚਿੱਠੀ ਲਿਖ ਮਾਰੀ। ਉਧਰੋਂ ਉਹਨਾਂ ਦੇ ਮੰਤਰੀਆਂ ਦੇ ਵੀ ਉਹੋ ਜਿਹੇ ਹਾਲਾਤ ਬਣੇ ਨੇ, ਕਦੇ ਕਹਿੰਦੇ ਨੇ ਕਿ ਫਲਾਣੇ ਨੂੰ ਜ਼ਿਲ੍ਹਾ ਬਣਾ ਦਿਓ, ਚਿੱਠੀ ਲਿਖ ਮਾਰਦੇ ਆ। ਗੱਲ ਇਹ ਕਿ ਇਹ ਜਿਹੜੀਆਂ ਚਿੱਠੀਆਂ ਆ ਕਿਹਨੂੰ ਲਿਖਦੇ ਹੋ ਜੀ? ਆਪਣੀ ਸਰਕਾਰ ਨੂੰ, ਹਨਾ, ਤੁਹਾਡੀ ਆਪਣੀ ਸਰਕਾਰ, ਤੁਸੀਂ ਆਪ ਵਿੱਚ ਮੰਤਰੀ ਔਰ ਸਿੱਧੂ ਸਾਹਿਬ ਪ੍ਰਧਾਨ, ਸਾਰਿਆਂ ਦੀ ਬਾਗਡੋਰ ਸੰਭਾਲੀ ਹੋਈ ਹੈ। ਔਰ ਸਿੱਧੂ ਸਾਹਿਬ ਤੁਸੀਂ ਆਪ ਹੀ MLA ਹੋ, ਤੁਹਾਡੀ ਸਰਕਾਰ ਹੈ। ਚਿੱਠੀਆਂ ਤੁਸੀਂ ਇਦਾਂ ਲਿਖਣ ਦੇ ਜਿੱਦਾਂ ਵਿਰੋਧੀ ਧਿਰ ਦੇ ਵਿੱਚ ਬੈਠੇ ਹੋ। ਇਸੇ ਕਰਕੇ ਵਿਰੋਧੀ ਧਿਰ ਨੇ ਵੀ ਇਹ ਸਵਾਲ ਉਠਾਇਆ ਕਿ ਚਿੱਠੀ ਵਾਲੀ ਗੇਮ ਹੁਣ ਬੰਦ ਕਰ ਦਿਓ, ਤੁਸੀਂ ਕੰਮ ਕਰਕੇ ਦਿਖਾਓ। ਕਿਉਂਕਿ ਹੋਰ ਹੁਣ ਚੋਣ ਅਫਸਰ ਜਿਹੜੇ ਆ, ਚੋਣ ਕਮਿਸ਼ਨ ਜਿਹੜਾ ਉਹ ਵੀ ਹਰਕਤ ਵਿੱਚ ਆ ਗਿਆ। ਪੰਜਾਬ ਦੇ ਵਿੱਚ ਉਹਨਾਂ ਨੇ ਹੁਣ ਕਾਨਫਰੰਸਾਂ ਕਰਨੀ ਸ਼ੁਰੂ ਕਰ ਦਿੱਤੀਆਂ ਨੇ, ਦੱਸਣਾ ਸ਼ੁਰੂ ਕਰ ਦਿੱਤਾ ਆ, ਤਿਆਰੀਆਂ ਆਰੰਭ ਦਿੱਤੀਆਂ ਨੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੋਣਾਂ ਦਾ ਐਲਾਨ ਹੋ ਜਾਵੇ ਤਾਂ ਫਿਰ ਸਿੱਧੂ ਸਾਹਿਬ ਦੀਆਂ ਚਿੱਠੀਆਂ ਧਰੀਆਂ ਰਹਿ ਜਾਣੀਆਂ। ਬਿਲਕੁਲ ਜੀ। ਅਗਲੀ ਗੱਲ ਕਰ ਲੈਣੇ ਜੋਗੀ ਜੀ, ਯੂਪੀ ਦੇ ਵਿੱਚ ਵੀ ਇਲੈਕਸ਼ਨ ਆਉਣ ਵਾਲੇ ਨੇ ਤੇ ਯੂਪੀ ਦੇ ਵਿੱਚ ਫਿਰ ਤੋਂ ਕਹਾਣੀਆਂ ਪਾਈਆਂ ਗਈਆਂ। ਕਹਾਣੀਆਂ ਕਿਹਨੇ ਪਾਈਆਂ? ਕਹਾਣੀਆਂ ਤਾਂ ਦੇਖੋ ਸਾਡੇ ਇੱਕੋ ਹੀ ਬੰਦਾ ਪਾਉਂਦਾ ਹੁੰਦਾ। ਹਾਂਜੀ, ਹੁਣ ਕਿਹਨੇ ਪਾਈ? ਦੂਸਰਾ ਕੌਣ ਜੰਪਿਆ? ਕਿਹੜਾ ਜੰਪਿਆ ਸੂਰਮਾ ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ? ਮਨ ਕੀ ਬਾਤ ਕਿੰਨੀ ਛੇਤੀ ਬੁੱਝ ਲੈਂਦੇ ਹੋ ਹਾਏ। ਲਓ ਜੀ, ਅਸੀਂ ਤਾਂ ਮਨ ਕੀ ਬਾਤ ਬੁੱਝ ਲੈਂਦੇ ਆ, ਪਰ ਸਾਡੇ ਮਨ ਕੀ ਬਾਤ ਕੋਈ ਬੁੱਝੇ ਤੇ ਚਾਹੇ ਨਾ ਬੁੱਝੇ, ਬਹੁਤ ਸਾਰੀਆਂ ਗੱਲਾਂ ਬਾਤਾਂ ਇਦਾਂ ਹੀ ਅਸੀਂ ਕਰਨੀਆਂ। ਮਨ ਕੀ ਬਾਤ ਦੀ ਗੱਲ ਚੱਲੀ ਹੈ ਜੋਗੀ ਜੀ, ਤੇ ਤੁਹਾਨੂੰ ਪਤਾ ਹੀ ਹੈ ਕਿ ਪ੍ਰਧਾਨ ਸੇਵਕ ਤੋਂ ਇਲਾਵਾ ਹੋਰ ਕੌਣ ਹੈ ਜਿਨ੍ਹਾਂ ਨੇ ਇਦਾਂ ਦਿਲ ਦੀ ਗੱਲ ਕਰਨੀ ਹੈ ਜਾਂ ਫਿਰ ਆਪਣੀਆਂ ਕਹਾਣੀਆਂ ਪਾਉਣੀਆਂ। ਮੈਨੂੰ ਇਹ ਨਹੀਂ ਸਮਝ ਆਉਂਦੀ, ਜਿਹੜੇ ਇਲਾਕੇ ਦੇ ਵਿੱਚ ਇਲੈਕਸ਼ਨ ਹੁੰਦੇ ਹੈ, ਜਿਹੜੇ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ, ਉਦੋਂ ਉਸ ਏਰੀਏ ਦੇ ਨਾਲ ਜੁੜੀ ਉਹਨਾਂ ਨੂੰ ਕਹਾਣੀ ਕਿੱਥੋਂ ਚੇਤਾ ਆ ਜਾਂਦੀ ਹੈ? ਕਹਾਣੀ ਵੀ ਚੇਤਾ ਆਉਂਦੀ, ਉੱਥੋਂ ਦੇ ਕੱਪੜੇ ਚੇਤੇ ਆਉਂਦੇ, ਪਹਿਰਾਵਾ ਚੇਤਾ ਆਉਂਦਾ, ਕਲਚਰ ਚੇਤੇ ਆਉਂਦਾ, ਸਭ ਕੁਝ ਉਦਾਂ ਦਾ। ਜਾਣ ਅਚਾਨਕ ਤੋਂ ਪਿਤਾ ਜੀ ਬਣ ਜਾਂਦੇ। ਹਾਂ ਬਿਲਕੁਲ। ਔਰ ਉਹ ਜਿਹੜੀਆਂ ਇਹ ਰੰਗ ਜਿਹੜੇ ਨਾ, ਇਹ ਲੋਕ ਹੁਣ ਸਮਝ ਚੁੱਕੇ ਨੇ, ਲੋਕ ਇਹ ਸਾਰਾ ਕੁਝ ਜਾਣ ਚੁੱਕੇ ਨੇ। ਵੈਸੇ ਕਹਾਣੀ ਕੀ ਹੈ? ਕਹਾਣੀ ਉਹਨਾਂ ਨੇ ਇਹ ਪਾਈ ਹੈ ਕਿ ਇਹ ਖੱਲੀਗੜ੍ਹ ਤੋਂ ਆਉਂਦੇ ਸੀਗੇ ਸਾਡੇ ਘਰ ਦੇ ਵਿੱਚ, ਸਾਡੇ ਪਿੰਡ ਦੇ ਵਿੱਚ। ਅੱਛਾ। ਤਾਲੇ ਵੇਚਣ ਆਉਂਦੇ ਸੀ, ਕਾਲੀ ਜੀ ਜੈਕਟ ਪਾਉਂਦੇ ਹੁੰਦੇ ਸੀਗੇ। ਓਏ, ਜੈਕਟ ਦਾ ਰੰਗ ਵੀ ਚੇਤੇ ਆ। ਹਾਂ, ਤੇ ਛੋਟਾ ਜਿਹਾ ਸੀ ਮੈਂ, ਤੇ ਮੇਰੇ ਪਿਤਾ ਜੀ ਕੋਲ ਆਉਂਦੇ ਸੀ, ਸਾਰਿਆਂ ਨੂੰ ਤਾਲੇ ਵੰਡ ਕੇ ਉਹ ਚਲੇ ਜਾਂਦੇ ਸੀ। ਉਸ ਤੋਂ ਬਾਅਦ ਪੈਸੇ ਇਕੱਠੇ ਕਰਨ ਆਉਂਦੇ ਸੀ, ਦੁਬਾਰਾ ਤੋਂ ਸੇਲਜ਼ਮੈਨ ਸੀ। ਅੱਛਾ। ਹਾਂ, ਪੈਸੇ ਕੋਈ ਦਿੰਦਾ ਨਹੀਂ ਹੁਣ ਉਹਨਾਂ ਨੂੰ। ਅੱਛਾ, ਪੈਸੇ ਇਕੱਠੇ ਕਰ ਲੈਂਦੇ ਹੁੰਦੇ ਸੀਗੇ। ਪੈਸੇ ਇਕੱਠੇ ਕਰਕੇ ਮੇਰੇ ਪਿਤਾ ਜੀ ਕੋਲ ਰੱਖ ਜਾਂਦੇ ਸੀ। ਫਿਰ ਉਸ ਤੋਂ ਬਾਅਦ ਉਹਨਾਂ ਸਾਰਿਆਂ ਪੈਸਿਆਂ ਨੂੰ ਜਾਣ ਲੱਗਿਆ ਮੇਰੇ ਪਿਤਾ ਜੀ ਕੋਲ ਲੈ ਕੇ ਟ੍ਰੇਨ ਫੜ ਕੇ ਵਾਪਸ ਚਲੇ ਜਾਂਦੇ ਸੀ। ਕੀ ਬਾਤ ਹੈ ਜੀ, ਕੈਸੀ ਕਹਾਣੀ ਹੈ। ਤੇ ਇਹ ਕਹਾਣੀ ਪੇਪਰਾਂ 'ਚ ਆ ਸਕਦੀ ਹੈ? ਆ ਸਕਦੀ, ਕਿਉਂ ਨਹੀਂ ਆ ਸਕਦੀ। ਤੇ ਪਿਤਾ ਜੀ ਨੇ ਕੋਈ ਤਾਲਾ ਲਿਆ ਨਹੀਂ ਯਾਰ? ਕਈ ਵਾਰ ਕਿਸੇ ਮੂੰਹ ਤੇ ਹੀ ਲਾਉਣਾ ਪੈ ਜਾਂਦਾ। ਆਹੋ, ਤਾਲਾ ਤਾਂ ਚਾਹੀਦਾ ਸੀ ਨਾ ਕੋਈ ਨਾ ਕੋਈ। ਹਾਂ, ਗੱਲ ਇਹ ਹੈ ਕਿ ਜਿਹੜੀਆਂ ਔਰਤਾਂ ਹੁੰਦੀਆਂ ਨਾ, ਉਹ ਘਰਾਂ ਦੇ ਜਿੰਦੇ ਵੀ ਹੁੰਦੀਆਂ। ਬੰਦਿਆਂ ਦੇ ਮੂੰਹ ਕਿੱਦਾਂ ਬੰਦ ਹੋਏ ਹੁੰਦੇ ਆ। ਤੇ ਸਾਡੇ ਹੁਣ ਚਲੋ, ਹੁਣ ਰਾਣੀ ਨੂੰ ਕੌਣ ਕਹੇ ਭਾਈ, ਅੱਗਾ ਟੱਕ। ਬਿਲਕੁਲ ਜੀ। ਜੇ ਔਰਤਾਂ ਦੀ ਗੱਲ ਤੁਸੀਂ ਕੀਤੀ ਹੈ ਤੇ ਇੱਕ ਵਾਇਰਲ ਖਬਰ ਵੀ ਸੁਣ ਲਓ। ਇੱਕ ਔਰਤ ਨੇ 25 ਵਾਰ ਘਰੋਂ ਦੌੜ ਕੇ, ਵੱਖੋ ਵੱਖਰੇ 25 ਬੰਦਿਆਂ ਦੇ ਨਾਲ ਉਹ ਘਰੋਂ ਦੌੜੀ। ਠੀਕ ਹੈ, ਉਹਨਾਂ ਦੇ ਨਾਲ ਰਹੀ ਵੀ। ਅੱਛਾ। 3 ਬੱਚਿਆਂ ਦੀ ਮਾਂ ਵੀ ਆ। ਉਹਦੇ ਬਾਵਜੂਦ ਪਤੀ ਕਹਿੰਦਾ ਮੈਂ ਤਾਂ ਇਸਕੋ ਅਪਨਾਊਂਗਾ। ਬੜੇ ਹਿੰਮਤੀ ਆ ਦੋਨੋਂ ਜਾਣੇ ਜੀ। ਪਹਿਲੀ ਗੱਲ, 25 ਵਾਰੀ ਦੌੜਨਾ, ਬੰਦਾ ਇੱਕ ਵਾਰੀ ਦੌੜ ਕੇ ਹੰਭ ਜਾਂਦਾ। 25 ਕਿਲੋ ਭਾਰ ਘਟਾਣਾ ਹੋਊਗਾ। 25 ਕਿਲੋ ਭਾਰ, ਉਹਨੇ ਪਤਾ ਨਹੀਂ ਕਿੰਨਾ ਭਾਰ ਘਟਾ ਲਿਆ ਹੋਣਾ। ਖੈਰ, ਜਿਹੜਾ ਉਹ ਬੰਦਾ, ਉਹ ਵਿਚਾਰਾ ਚਾਹੁੰਦਾ ਹੈ ਕਿ ਇਹਨੂੰ ਮੈਂ ਫੇਰ ਵੀ ਰੱਖ ਲੈਣਾ। ਦੇਖੋ, ਉਸ ਬੰਦੇ ਵਰਗਾ ਹਿੰਮਤੀ ਬੰਦਾ ਕੋਈ ਨਹੀਂ। ਉਹਨੂੰ ਤੇ ਕੋਈ ਵੱਡਾ, ਕੋਈ ਪਦਮ ਸ਼੍ਰੀ ਤੋਂ ਵੀ ਉੱਪਰ ਦਾ ਕੋਈ ਨਾਮ ਦੇਣਾ ਚਾਹੀਦਾ। ਨਹੀਂ, ਕੋਈ ਅੱਛਾ, ਕੋਈ ਉਹਨੂੰ ਘਣ ਚੱਕਰ, ਮਤਲਬ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਅਵਾਰਡ ਦੇਣਾ ਚਾਹੀਦਾ ਹੈ। ਅੱਛਾ। ਕਿ ਜਿਹੜਾ, ਦੇਖੋ ਗੱਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਉਹ ਏਡਾ ਵੱਡਾ ਉਹਨੇ ਕੰਮ ਕੀਤਾ ਕਿ 25 ਵਾਰ ਦੌੜ ਗਈ ਹੈ, ਫੇਰ ਵੀ ਉਹ ਵਾਪਸ ਆਈ ਆ। ਠੀਕ ਆ ਨਾ? ਤੇ ਉਹਨੂੰ ਰੱਖਣ ਦੇ ਲਈ ਉਹ ਰਾਜ਼ੀ ਹੋ ਗਿਆ। ਆਖਰ 3 ਨਿਆਣਿਆਂ ਦੀ ਮਾਂ ਆ, ਉਸ ਮਾਂ ਦਾ ਮੋਹ ਮਾਰਦਾ ਹੈ। ਕਿਉਂਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ, ਅੱਜ ਇਸ ਸਮੇਂ ਦੇ ਵਿੱਚ, ਕਿਉਂਕਿ ਜਿੰਨੀਆਂ ਛੜਿਆਂ ਨੂੰ ਗਾਲਾਂ ਪੈ ਰਹੀਆਂ, ਅਗਲਾ ਬੰਦਾ ਸਿਰਫ ਛੜਾ ਹੀ ਨਹੀਂ ਕਹਾਉਣਾ ਚਾਹੁੰਦਾ। ਸੋ ਇਸ ਕਰਕੇ ਉਹ ਕਹਿੰਦਾ ਹੈ ਕਿ ਮਰਦੀ ਨੇ ਅੱਕ ਚੱਬਿਆ, ਛੜੇ ਜੇਠ ਤੇ ਚਾਦਰ ਪਾ ਲਈ। ਸੋ ਇਸ ਕਰਕੇ ਉਹ ਬੰਦਾ ਉਹਨੂੰ ਆਪਣੇ ਘਰ ਰੱਖਣ ਨੂੰ ਤਿਆਰ ਆ। ਬਿਲਕੁਲ ਜੀ। ਅਗਲੀ ਗੱਲ ਸੁਣ ਲਓ ਜੋਗੀ ਜੀ। ਇੱਕ ਸਾਈਕਲ ਹੈ, ਇੱਕ ਆਦਮੀ ਦੇ ਕੋਲ ਇੱਕ ਸਾਈਕਲ ਹੈ, ਸਮਰਾਲੇ ਦਾ ਹੈ ਉਹ, ਔਰ ਉਹ ਸਾਈਕਲ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵੇਲੇ ਦਾ ਹੈ।
ਅੱਛਾ, ਇੰਨਾ ਪੁਰਾਣਾ ਸਾਈਕਲ, ਲੱਕੜ ਦੇ ਟਾਇਰ ਹੈ, ਕੋਈ ਚੇਨ ਨਹੀਂ ਹੈਗੀ, ਔਰ ਉਹਦੀ ਕੀਮਤ ਜਿਹੜੀ 50 ਲੱਖ ਤੱਕ ਰੁਪਏ ਲੱਗ ਗਈ ਹੈ। ਤੁਹਾਡਾ ਭਲਾ ਹੋ ਜਾਏ ਸਾਈਕਲ ਦੀ। ਖੈਰ ਹੁਣ ਸਾਈਕਲ ਹੀ ਅੱਗੇ ਅੱਗੇ ਚੱਲਣੇ ਆ ਜੀ। ਵੱਡੀਆਂ ਵੱਡੀਆਂ ਮੋਟਰ ਕੰਪਨੀਆਂ ਜਿਹੜੀਆਂ ਹੈਗੀਆਂ ਇੰਡੀਆ ਦੇ ਵਿੱਚੋਂ ਦੌੜ ਰਹੀਆਂ, ਠੀਕ ਹੈ, GM ਮੋਟਰ ਦੌੜ ਗਈ ਹੈ, ਉਧਰ ਫੋਰਡ ਵੀ ਦੌੜ ਗਈ ਹੈ, ਠੀਕ ਹੈ ਜੀ। ਹੁਣ ਸਾਈਕਲਾਂ ਵਾਲੀਆਂ ਕੰਪਨੀਆਂ ਆਉਣਗੀਆਂ ਤੇ ਹੁਣ ਆਸ ਕਰ ਸਕਦੇ ਆ ਕਿ ਉਹਦੇ 50 ਲੱਖ ਵਾਲੇ ਲੱਕੜ ਦੇ ਸਾਈਕਲ ਨੂੰ ਹੁਣ ਚੈਨ ਵੀ ਪੈ ਜਾਊਗੀ, ਉਹਨੂੰ ਵੀ ਚੈਨ ਆ ਜਾਊ, ਠੀਕ ਹੈ। ਕਿਉਂਕਿ ਸਰਕਾਰ ਸਾਡੀ ਨੇ ਇੱਕ ਇਹ ਤਹਈਆ ਕੀਤਾ ਹੋਇਆ ਕਿ ਅਸੀਂ ਸਾਰੇ ਜਿਹੜੇ ਆ ਜਹਾਜ਼ ਬਕਾਤੇ, ਰੇਲਾਂ ਬਕਾਤੀਆਂ, ਠੀਕ ਹੈ ਜੀ। ਝੋਲੇ 'ਚ ਸਭ ਕੁਝ ਪੈ ਗਿਆ, ਝੋਲੇ ਦੇ ਵਿੱਚ ਸਭ ਕੁਝ ਪੈ ਗਿਆ ਤੇ ਅਗਲੇ ਨੇ ਆਪ ਝੋਲਾ ਚੱਕ ਕੇ ਤੁਰ ਪੈਣਾ ਤੇ ਦੂਸਰੇ ਦੇ ਹੱਥ ਵਿੱਚ ਠੂਠਾ ਫੜਾ ਦੇਣਾ। ਬਸ ਕਰੋ ਜੋਗੀ ਜੀ, ਸ਼ੁਭ ਸ਼ੁਭ ਬੋਲੋ, ਕਿਉਂ ਠੂਠਾ ਫੜਾ ਦੇਣਾ ਦੱਸੋ। ਨਹੀਂ, ਜੋ ਹਾਲਾਤ ਨੇ ਭਾਈ, ਅਸੀਂ ਤਾਂ ਹਾਲਾਤਾਂ ਦੇ ਮੱਦੇਨਜ਼ਰ ਗੱਲ ਕਰ ਰਹੇ ਹਾਂ। ਬਿਲਕੁਲ ਜੀ, ਹਾਲਾਤ ਤੇ ਸਮੇਂ ਦੇ ਮੁਤਾਬਕ ਚੱਲਣਾ ਚਾਹੀਦਾ ਤੇ ਇਸ ਵੇਲੇ ਸਮਾਂ ਹੋ ਰਿਹਾ ਜੀ ਇੱਕ ਛੋਟੀ ਜੀ ਬ੍ਰੇਕ ਦਾ। ਵਾਪਸ ਆਉਣੇ ਵਕਫੇ ਤੋਂ ਬਾਅਦ, ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਇਸ ਵਕਫੇ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਸਵਾਗਤ ਜੀ ਪੰਜਾਬੀ ਨੈਸ਼ਨਲ ਟੀਵੀ ਤੇ। ਤੁਸੀਂ ਦੇਖ ਰਹੇ ਹੋ ਪੰਜਾਬੀ ਸੱਥ ਤੇ ਅਸੀਂ ਦੋਨੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ। ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੱਤੀਆਂ ਵੀ ਤੇ ਕੁਝ ਮੱਠੀਆਂ ਵੀ। ਬਿਲਕੁਲ ਜੀ ਜੋਗੀ ਜੀ, ਜੇ ਯੂਪੀ ਦੀ ਗੱਲ ਕਰੀਏ, ਯੂਪੀ ਦੇ ਵਿੱਚ ਚੋਣਾਂ ਨੇ ਔਰ ਹਰ ਪਾਸੇ ਪ੍ਰਚਾਰ ਸ਼ੁਰੂ ਹੋ ਗਿਆ। ਬਾਕੀ ਪਾਰਟੀਆਂ ਨੇ ਵੀ ਇੱਥੇ ਆਪਣੀ ਕਿਸਮਤ ਅਜ਼ਮਾਉਣੀ ਹੈ ਤੇ ਆਪ ਵੀ ਪਹੁੰਚੇ ਨੇ। ਬਿਲਕੁਲ ਜੀ, ਯੂਪੀ ਦੇ ਵਿੱਚ ਤੁਸੀਂ ਜਿੱਦਾਂ ਕਿਹਾ ਵੀ ਚੋਣਾਂ ਨੇ, ਹੁਣ ਇਹਨਾਂ ਨੇ ਆਪਣੇ ਵੋਟਰਾਂ ਨੂੰ ਚੋਣਾ ਹੈ, ਠੀਕ ਹੈ। ਚੋਣਾਂ ਤਾਂ ਇਹੀ ਹੁੰਦੀਆਂ, ਆਪਣੇ ਵੋਟਰਾਂ ਨੂੰ ਚੋਣਗੇ, ਹੁਣ ਤਰ੍ਹਾਂ ਦੇ ਵਾਅਦੇ ਕਰਨਗੇ ਤੇ ਖੈਰ ਜਿਹੜੇ ਵੋਟਰ ਵਿਚਾਰੇ ਪਹਿਲਾਂ ਚੋਲੇ ਸੀ ਹੁਣ ਨੁਚੜੇ ਫਿਰਦੇ ਆ ਤੇ ਹੁਣ ਦੁਬਾਰਾ ਉਹਨਾਂ ਦੇ ਵਿੱਚ ਵਿਚਾਰੇ ਦਾ ਕੀ ਨਿਕਲਣਾ ਕੀ ਆ, ਹੁਣ ਤੇ ਰੱਬ ਹੀ ਆ ਕੇ ਕੱਢੂਗਾ। ਕਿਉਂਕਿ ਇਹ ਸਾਰੀਆਂ ਪਾਰਟੀਆਂ ਹੁਣ ਰੱਬ ਦੇ ਭਰੋਸੇ ਨੇ ਤੇ ਆਮ ਆਦਮੀ ਪਾਰਟੀ ਨੇ ਤੇ ਸਿੱਧੇ ਲਫ਼ਜ਼ਾਂ 'ਚ ਕਹਿ ਦਿੱਤਾ ਕਿਸੇ ਦੇ ਨਾਲ ਕੋਈ ਗੱਠਜੋੜ ਨਹੀਂ, ਰਾਮ ਭਰੋਸੇ। ਦੇਖੋ ਗੱਲ ਇਹ ਹੈ ਕਿ ਰਾਮ ਭਰੋਸੇ ਉਹਨਾਂ ਨੇ ਕਹਿ ਦਿੱਤਾ ਕਿ ਰਾਮ ਸਾਡੀ ਡੁੱਬਦੀ ਬੇੜੀ ਪਾਰ ਲਾਉਣਗੇ ਜੀ। ਦੇਖੋ ਅਸਲ ਵਿੱਚ ਭਗਵਾਨ ਰਾਮ ਨੇ ਤਾਂ ਸਾਰਿਆਂ ਦੀ ਡੁੱਬਦੀ ਬੇੜੀ ਪਾਰ ਲਾਈ ਹੈ, ਬਿਲਕੁਲ ਲਾਈ ਹੈ। ਪਰ ਜੇਕਰ ਤੁਸੀਂ ਸਿਆਸਤ ਵਿੱਚ ਭਗਵਾਨ ਨੂੰ ਲਿਆਉਂਦੇ ਹੋ, ਰੱਬ ਨੂੰ ਲਿਆਉਂਦੇ ਹੋ, ਧਰਮ ਨੂੰ ਲਿਆਉਂਦੇ ਹੋ, ਤਾਂ ਫਿਰ ਤੁਹਾਡੇ ਵਰਗੀ ਸਿਆਸਤ ਜਿਹੜੀ ਹੈ ਉਹ ਸਾਨੂੰ ਨਹੀਂ ਚਾਹੀਦੀ, ਬਿਲਕੁਲ ਨਹੀਂ ਚਾਹੀਦੀ। ਕੇਜਰੀਵਾਲ ਸਾਹਿਬ ਜਦੋਂ ਪਹਿਲਾਂ ਸਿਆਸਤ ਵਿੱਚ ਆਏ ਸੀ, ਉਸ ਤੋਂ ਪਹਿਲਾਂ ਇਹ ਕਹਿੰਦੇ ਸੀ ਆਪਣੇ ਨਿਆਣੇ ਦੇ ਸਿਰ ਤੇ ਹੱਥ ਰੱਖ ਕੇ ਕਿ ਅਸੀਂ ਸਿਆਸਤ ਵਿੱਚ ਨਹੀਂ ਆਉਣਾ ਹੀ ਨਹੀਂ, ਠੀਕ। ਉਸ ਤੋਂ ਬਾਅਦ ਸਿਆਸਤ ਵਿੱਚ ਆਏ ਵੀ, ਜਦੋਂ ਸਿਆਸਤ ਵਿੱਚ ਆਏ ਫਿਰ ਕਹਿੰਦੇ ਅਸੀਂ ਤਾਮਝਾਮ ਨਹੀਂ ਕਰਨਾ, ਅਸੀਂ ਧਰਮ ਨਹੀਂ ਲਿਆਉਣਾ ਵਿੱਚ। ਤਾਮਝਾਮ ਵੀ ਕੀਤਾ ਔਰ ਧਰਮ ਹੁਣ ਲੈ ਕੇ ਆਏ ਨੇ। ਯੂਪੀ ਦੇ ਵਿੱਚ ਕਿਉਂ ਇਹੋ ਜਿਹੀ ਵਰਡਿੰਗ ਵਰਤੀ ਜਾ ਰਹੀ ਹੈ? ਕਿਉਂ ਧਰਮ ਦਾ ਕਾਰਡ ਖੇਡਿਆ ਜਾ ਰਿਹਾ? ਧਰਮ ਦਾ ਕਾਰਡ ਕਿਉਂ ਖੇਡਿਆ ਜਾ ਰਿਹਾ? ਕਿਉਂ ਪੱਤਾ ਇਹੋ ਖੇਡਿਆ ਜਾ ਰਿਹਾ? ਤੁਸੀਂ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਹੋ, ਤੁਸੀਂ ਜ਼ਾਤ ਦੇ ਨਾਂ ਤੇ ਵੋਟਾਂ ਮੰਗਦੇ ਹੋ, ਤੁਸੀਂ ਫਿਰਕਿਆਂ ਦੇ ਨਾਮ ਤੇ ਵੋਟਾਂ ਮੰਗਦੇ ਹੋ, ਤੁਸੀਂ ਇਹ ਮਜ਼ਹਬੀ ਰੰਗ ਦੇ ਕੇ ਚਿਹਰੇ ਤੁਸੀਂ ਲੱਭਦੇ ਹੋ, ਇਹ ਕੰਮ ਕਰਦੇ ਹੋ। ਤੁਸੀਂ ਆਪਣੇ ਕੰਮਾਂ ਦੇ ਆਧਾਰ ਤੇ ਆਪਣੇ ਮੈਨੀਫੈਸਟੋ ਐਸਾ ਕਿਉਂ ਨਹੀਂ ਤਿਆਰ ਕਰਦੇ ਔਰ ਉਸ ਮੈਨੀਫੈਸਟੋ ਨੂੰ ਪੂਰਾ ਕਿਉਂ ਨਹੀਂ ਕਰਦੇ ਲਾਗੂ? ਜਦੋਂ ਤੁਸੀਂ ਸੱਤਾ ਦੇ ਵਿੱਚ ਹੁੰਦੇ ਹੋ ਤਾਂ ਫਿਰ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਕੰਮ ਕੀਤੇ ਨੇ, ਕੰਮਾਂ ਦੇ ਆਧਾਰ ਤੇ ਵੋਟ ਮੰਗੋ। ਪਰ ਕੰਮਾਂ ਦੇ ਆਧਾਰ ਤੇ ਵੋਟ ਇੱਥੇ ਕੋਈ ਵੀ ਐਸੀ ਸਿਆਸੀ ਪਾਰਟੀ ਹੈ ਨਹੀਂ ਜਿਹੜੀ ਮੰਗ ਸਕਦੀ ਹੋਵੇ। ਉਹਦੇ ਲਈ ਇੱਕ ਬਹੁਤ ਵੱਡਾ ਕਾਰਨ ਹੈ ਔਰ ਉਹ ਕਾਰਨ ਗਡਕਰੀ ਸਾਹਿਬ ਨੇ ਖੁੱਲ੍ਹੇਆਮ ਦੱਸ ਦਿੱਤਾ ਹੈ। ਅੱਛਾ, ਕਿਉਂਕਿ ਇੱਥੇ ਕੁਝ ਵੀ ਸਟੇਬਲ ਨਹੀਂ, ਕੁਝ ਵੀ ਪਰਮਾਨੈਂਟ ਨਹੀਂ। ਬਿਲਕੁਲ ਜੀ, ਇਸ ਕਰਕੇ ਬੰਦੇ ਨੂੰ ਇੰਸ਼ੋਰੈਂਸ ਕਰਵਾ ਲੈਣੀ ਚਾਹੀਦੀ ਹੈ। ਇੰਸ਼ੋਰੈਂਸ ਕਰਾ ਲੈਣੀ ਚਾਹੀਦੀ ਹੈ। ਮੇਰੇ ਹਿਸਾਬ ਦੇ ਨਾਲ ਤਾਂ ਆਪਾਂ ਆਪਣੀ ਕੁਰਸੀ ਦੀ ਇੰਸ਼ੋਰੈਂਸ ਕਰਾਉਣ ਪਹਿਲਾਂ ਜ਼ਰੂਰ ਹੋਣੀ ਚਾਹੀਦੀ ਹੈ। ਜਿਸ ਹਿਸਾਬ ਨਾਲ ਅਦਲਾ ਬਦਲੀ ਹੋ ਰਹੀ ਹੈ ਨਾ, ਫਟਾਫਟ ਵੀ ਕੋਈ ਪਹਿਲੀ ਵਾਰ ਦਾ ਐਮਐਲਏ ਬਣਿਆ ਉਹਨੂੰ ਚੱਕ ਕੇ ਤੁਸੀਂ ਮੁੱਖ ਮੰਤਰੀ ਬਣਾ ਦਿਓ, ਜਿਸ ਤਰੀਕੇ ਦੇ ਨਾਲ ਇਹ ਅਦਲਾ ਬਦਲੀ ਹੋ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਰਸੀਆਂ ਦੀ ਵੀ ਇੰਸ਼ੋਰੈਂਸ ਹੋਣੀ ਸ਼ੁਰੂ ਹੋ ਜਾਣੀ। ਬਿਲਕੁਲ ਜੀ, ਇਸੇ ਕਰਕੇ ਤੇ ਗਡਕਰੀ ਸਾਹਿਬ ਨੇ ਵੀ ਕਿਹਾ ਹੈ ਕਿ ਵਿਧਾਇਕ ਦੁਖੀ ਕਿ ਮੈਂ ਮੰਤਰੀ ਨਹੀਂ ਬਣਿਆ, ਮੰਤਰੀ ਦੁਖੀ ਕਿ ਮੈਂ ਮੁੱਖ ਮੰਤਰੀ ਨਹੀਂ ਬਣਿਆ, ਮੁੱਖ ਮੰਤਰੀ ਦੁਖੀ ਕਿ ਪਤਾ ਨਹੀਂ ਕਦੋਂ ਲਾ ਦੇਣਾ ਤੇ ਅਗਲਾ ਨੰਬਰ ਹਿਮਾਚਲ ਦਾ ਹੋ ਸਕਦਾ ਹੈ। ਦੇਖੋ ਉਹਨਾਂ ਦੇ ਉੱਪਰ ਵੀ ਇਹ ਚੱਲ ਰਿਹਾ ਤਜਰਬਾ ਕਿ ਸ਼ਾਇਦ ਕਿਤੇ ਉਹਨਾਂ ਨੂੰ ਵੀ ਹਟਾ ਕੇ ਕਿਸੇ ਹੋਰ ਨੂੰ ਥੋੜਾ ਜਿਹਾ ਸਵਾਦ ਲੈਣ ਦੇ ਲਈ ਬਣਾ ਲਿਆ ਜਾਵੇ ਮੁੱਖ ਮੰਤਰੀ। ਪਰ ਗੱਲ ਇਹ ਹੈ ਕਿ ਇੰਨੇ ਚੁੱਪ ਚਪੀਤੇ ਕਿਸੇ ਤੋਂ ਅਸਤੀਫਾ ਲੈ ਲਿਆ, ਕਿਸੇ ਨੂੰ ਬਣਾ ਲਿਆ, ਕਿਸੇ ਨੂੰ ਢਾ ਲਿਆ। ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਖੇਡ ਹੈ, ਇਹ ਖੇਡ ਕਿਸੇ ਹੋਰ ਕਿਸਮ ਦੀ ਹੈ ਜੀ। ਇਹ ਸਮਝਣਾ ਚਾਹੀਦਾ ਲੋਕਾਂ ਨੂੰ ਵੀ ਔਰ ਉਹਨਾਂ ਦੇ ਵੋਟਰਾਂ ਸਪੋਰਟਰਾਂ ਨੂੰ ਵੀ ਇਹ ਕੀ ਹੋ ਰਿਹਾ ਹੈ। ਬਹੁਤ ਵੱਡੀ ਇੱਕ ਸਿਆਸੀ ਇੱਕ ਗੇਮ ਦਾ ਇੱਕ ਹਿੱਸਾ ਹੈ ਉਹ ਔਰ ਇਹਦੇ ਵਿੱਚ ਅਸੀਂ ਬਹੁਤਾ ਡੂੰਘਾਈ ਦੇ ਵਿੱਚ ਨਾ ਜਾਈਏ ਕਿਉਂਕਿ ਇੱਕ ਬਹੁਤ ਵੱਡੀ ਇੱਕ ਰਾਜਨੀਤੀ ਦਾ ਇੱਕ ਹਿੱਸਾ ਹੋਣ ਕਰਕੇ ਗਡਕਰੀ ਸਾਹਿਬ ਨੇ ਜਿਹੜੀ ਗੱਲ ਹੱਸਦਿਆਂ ਕਹੀ ਹੈ, ਹੋ ਸਕਦਾ ਕਿਤੇ ਗਡਕਰੀ ਸਾਹਿਬ ਨੂੰ ਇਸ ਗੱਲ ਦਾ ਸੇਕ ਵੀ ਝੱਲਣਾ ਪਵੇ ਕਿਉਂਕਿ ਗਡਕਰੀ ਸਾਹਿਬ ਅਕਸਰ ਚੰਗੀਆਂ ਗੱਲਾਂ ਕਈ ਵਾਰ ਕਹਿ ਜਾਂਦੇ ਨੇ ਕਿ ਜਿਹੜੀਆਂ ਮੌਕੇ ਦੀ ਨਜ਼ਾਕਤ ਹੁੰਦੀਆਂ ਨੇ ਔਰ ਕਹਿਣੀਆਂ ਚਾਹੀਦੀਆਂ ਨੇ। ਗਡਕਰੀ ਸਾਹਿਬ ਨੂੰ ਲੋਕੀ ਪਸੰਦ ਕਰਦੇ ਨੇ ਔਰ ਇਸੇ ਕਰਕੇ ਉਹਨਾਂ ਨੇ ਇਹ ਗੱਲ ਭਾਵੇਂ ਹਾਸੇ ਦੇ ਵਿੱਚ ਕਹੀ ਹੈ, ਹਾਸਾ ਪਿਆ ਵੀ ਹੈ,
ਪਰ ਇਸ ਹਾਸੇ ਨਾਲ ਕਹਿੰਦੇ ਨੇ ਹੱਸਦੇ ਹੋ ਕਿਸੇ ਗੱਲ ਤੇ ਹੱਸੋ, ਹਾਸ ਮੜਾਸਿਓ ਟਲ ਕੇ ਹੱਸੋ। ਇਹ ਟਲ ਕੇ ਹੱਸੇ ਨਹੀਂ, ਹੁਣ ਦੇਖਦੇ ਹਾਂ ਅੱਗੇ ਕੀ ਹੁੰਦਾ। ਹਾਸੇ ਜੋਗੀ ਜੀ ਤਾਂ ਵੀ ਪੈਂਦੇ ਨੇ ਜਦੋਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਵਾਕਈ ਵਿਅੰਗ ਜਿਨ੍ਹਾਂ ਤੇ ਕੀਤਾ ਜਾਂਦਾ ਹੈ ਔਰ ਜਿਨ੍ਹਾਂ ਦੇ ਬਾਅਦ ਚ ਮੀਮਸ ਵੀ ਬਣਦੇ ਹੈ ਔਰ ਜਿਹੜੀਆਂ ਵਾਇਰਲ ਵੀ ਹੋ ਜਾਂਦੀਆਂ ਨੇ ਜੀ। ਇਦਾਂ ਦੀ ਇੱਕ ਵਾਇਰਲ ਖਬਰ ਜਿਹੜੀ ਹੈ ਉਹ ਆਈ ਹੈ ਮੋਗੇ ਤੋਂ। ਅੱਛਾ, ਤੁਹਾਨੂੰ ਯਾਦ ਹੋਏਗਾ ਕਿ ਬਹੁਤ ਜ਼ਿਆਦਾ ਰੌਲਾ ਪਿਆ ਕਿ ਪੰਜਾਬ ਦੇ ਵਿੱਚ ਨਕਲੀ ਵੈਕਸੀਨ ਲੱਗ ਰਹੀ ਹੈ ਨਾ। ਇਸੇ ਤਰ੍ਹਾਂ ਹੀ ਮੋਗੇ ਦੇ ਵਿੱਚ ਕੀ ਹੋਇਆ ਕਿ ਲੋਕੀ ਗਏ ਤਾਂ ਕਰੋਨਾ ਦਾ ਟੀਕਾ ਲਗਵਾਉਣ ਸੀ, ਪਰ ਉਹਨਾਂ ਨੂੰ ਮਲਟੀਵਿਟਾਮਿਨ ਦੇ ਟੀਕੇ ਲਾਏ ਗਏ। ਕਰੋਨਾ ਦਾ ਟੀਕਾ ਲਗਵਾਉਣ ਗਏ, ਉਹਨਾਂ ਨੂੰ ਮਲਟੀਵਿਟਾਮਿਨ ਦੇ ਟੀਕੇ ਲਗਾ ਦਿੱਤੇ ਗਏ। ਹਾਂ ਚਲੋ ਖੈਰ, ਕੁਛ ਨਾ ਕੁਛ ਤਾਂ ਵਧੀਆ ਦਿੱਤਾ ਹੀ ਅਗਲੇ ਨੇ। ਆਹ ਕਰੋਨਾ ਦੀ ਵੈਕਸੀਨ ਦੇ ਬਾਰੇ ਜਿਹੜੇ ਬਹੁਤ ਲੋਕਾਂ ਦੇ ਤਰ੍ਹਾਂ ਦੇ ਵਿਚਾਰ ਨੇ, ਤਰ੍ਹਾਂ ਦੀਆਂ ਅਫਵਾਹਾਂ ਨੇ। ਵੈਸੇ ਇੱਕ ਗੱਲ ਇਹਨਾਂ ਨੂੰ ਦੱਸ ਦਈਏ ਕਿ ਜਿਹੜੀਆਂ ਦਵਾਈਆਂ ਜਿਹੜੀਆਂ ਇੰਡੀਆ ਦੇ ਵਿੱਚ ਵੀ ਲਗਾਈਆਂ ਜਾ ਰਹੀਆਂ, ਵੈਕਸੀਨ ਜਿਹੜੀ ਲਗਾਈ ਜਾ ਰਹੀ ਉਹ ਵੀ ਸਾਰੀਆਂ ਵਧੀਆ ਨੇ। ਔਰ ਜੇਕਰ ਕੋਵੈਕਸੀਨ ਦਾ ਰੌਲਾ ਜਿਹਾ ਚੱਲਿਆ ਸੀਗਾ ਤੇ ਕੋਵੈਕਸੀਨ ਉਹਨੂੰ ਵੀ ਮਾਨਤਾ ਮਿਲ ਗਈ ਹੈ। ਉਹ ਵੀ ਲੋਕ ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਝਿਜਕ ਦੇ ਲਗਵਾ ਸਕਦੇ ਨੇ। ਔਰ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮਲਟੀਵਿਟਾਮਿਨ ਦੇ ਉਹ ਟੀਕੇ ਲਗਾ ਦਿੱਤੇ ਨੇ। ਦੇਖੋ ਗੱਲ ਇਹ ਹੈ ਕਿ ਅੱਜ ਕੱਲ੍ਹ ਬੰਦੇ ਦੇ ਵਿੱਚ ਵਿਟਾਮਿਨ ਦੀ ਬਹੁਤ ਘਾਟ ਆ। ਬਹੁਤ ਸਾਰੇ ਖਣਿਜ ਪਦਾਰਥ ਜਿਹੜੇ ਆ ਉਹ ਬੰਦੇ ਦੇ ਵਿੱਚੋਂ ਘਟਦੇ ਜਾ ਰਹੇ ਆ। ਸੋ ਇਸ ਗੱਲ ਨੂੰ ਲੋੜ ਤਾਂ ਕਰੋਨਾ ਦੇ ਟੀਕੇ ਦੀ ਸੀ ਨਾ। ਓਹੋ, ਪਹਿਲਾਂ ਅੰਦਰ ਬੰਦੇ ਦੇ ਵਿਟਾਮਿਨ ਹੋਣਗੇ, ਪਹਿਲਾਂ ਵਿਟਾਮਿਨ ਪਾ, ਕਿਉਂਕਿ ਵਿਟਾਮਿਨਾਂ ਨੇ ਟੀਕਾ ਝੱਲਣਾ। ਅੱਛਾ, ਹਾਂ। ਸੋ ਇਸ ਕਰਕੇ ਉਹ ਟ੍ਰਾਇਲ ਸੀ, ਅੰਦਰ ਪਹਿਲਾਂ ਵਿਟਾਮਿਨ ਪਾਏ ਗਏ। ਵਿਟਾਮਿਨਾਂ ਤੋਂ ਬਾਅਦ ਬੰਦੇ ਜਦੋਂ ਥੋੜੀ ਜਿਹੀ ਚੁਸਤੀ ਫੁਰਤੀ ਆ ਗਈ, ਤੰਦਰੁਸਤੀ ਆ ਗਈ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਇੰਜੈਕਸ਼ਨ ਦਿੱਤਾ ਜਾਊਗਾ। ਤੁਸੀਂ ਘਬਰਾਓ ਨਾ। ਮੈਨੂੰ ਜਦੋਂ ਡੋਜ਼ ਲੱਗੀ ਦੂਜੀ ਤੇ ਮੈਨੂੰ ਬੁਖਾਰ ਨਾ ਹੋਇਆ, ਇਹਦਾ ਮਤਲਬ ਮਲਟੀਵਿਟਾਮਿਨ ਸੀ। ਹਾਂ, ਹੋ ਸਕਦਾ। ਤੇ ਖੈਰ ਨਾਲੇ ਇੱਕ ਗੱਲ ਇਹ ਵੀ ਆ ਕਿ ਖਾਸ ਇੱਕ ਹਦਾਇਤ ਵੀ ਆ ਕਿ ਉਹ ਸਰਕਾਰ ਨੇ ਭਾਵੇਂ ਨਹੀਂ ਕੀਤੀ, ਉਹ ਸਾਡੀਆਂ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਹੈਗਾ ਆਲ ਓਵਰ ਕਿ ਜਦੋਂ ਤੁਸੀਂ ਕੋਈ ਵੀ ਕਰੋਨਾ ਵੈਕਸੀਨ ਲੈਂਦੇ ਹੋ, ਆਪਣੀ ਫੋਟੋ ਖਿਚਵਾ ਕੇ ਸੋਸ਼ਲ ਮੀਡੀਆ 'ਤੇ ਜ਼ਰੂਰ ਪਾਓ, ਨਹੀਂ ਤਾਂ ਟੀਕਾ ਅਸਰ ਘੱਟ ਕਰੂਗਾ। ਸਾਰੇ ਪਾਉਂਦੇ ਯਾਰ, ਮੈਂ ਤਾਂ ਆਪ ਨਹੀਂ ਪਾਈ। ਅੱਛਾ, ਮੇਰੇ ਪਤਾ ਨਹੀਂ ਅਸਰ ਕਰਨਾ ਕਿ ਨਹੀਂ ਕਰਨਾ। ਜੋਗੀ ਜੀ, ਇਦਾਂ ਦੀ ਇੱਕ ਹੋਰ ਵਾਇਰਲ ਵੀਡੀਓ ਬਹੁਤ ਜ਼ਿਆਦਾ ਲੋਕਾਂ ਦੇ ਫੋਨ ਦੇ ਵਿੱਚ ਆਈ ਹੈ। ਰਜਵਾੜਿਆਂ ਵਾਂਗ ਵਿਆਹ ਕਰਦੇ ਨੇ ਸਾਡੇ ਨੇਤਾ। ਆਮ ਤੌਰ ਤੇ ਜਦੋਂ ਵੱਡੇ ਵੱਡੇ ਭਾਸ਼ਣ ਦੇਣੇ ਹੁੰਦੇ ਆ ਨਾ ਤੇ ਕਹਿੰਦੇ ਖਰਚਾ ਘੱਟ ਕਰੋ, ਦਾਜ ਨਾ ਲਓ ਨਾ ਦੋ। ਪਰ ਜਦੋਂ ਆਉਂਦੀ ਇਹਨਾਂ ਦੀ ਆਪਣੇ ਵਿਆਹਾਂ ਦੀ, ਫਿਰ ਆਸਾ ਸਿੰਘ ਮਸਤਾਨਾ ਬਣ ਕੇ ਗਾਣੇ ਵੀ ਗਾਉਂਦੇ। ਹਾਏ ਹਾਏ ਹਾਏ, ਮੈਂ ਕਹਾਂ ਜੀ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਜਿਹੜੇ ਇਹ ਸਿਆਸੀ ਘਰਾਣੇ ਨੇ ਨਾ, ਇਹ ਵਿਆਹਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਐਸਾ ਤਾਮ-ਝਾਮ ਕਰਦੇ ਨੇ ਕਿ ਇਹ ਸੋਚਦੇ ਨੇ ਕਿ ਐਸਾ ਵਿਆਹ ਕਰ ਜਾਈਏ ਕਿ ਦੁਨੀਆ ਬਸ ਉਹਦਾ ਸੁਪਨਾ ਹੀ ਲੈਂਦੀ ਰਹੇ। ਬਿਲਕੁਲ ਜੀ। ਔਰ ਇਦਾਂ ਦੀ ਖਬਰ ਆਈ ਹੈ ਗਵਾਂਢੀ ਮੁਲਕੋਂ, ਜਿੱਥੇ ਨਵਾਜ਼ ਸ਼ਰੀਫ ਹੋਰਾਂ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਧੂਮ ਧੜੱਕੇ ਦੇ ਨਾਲ, ਪੈਸਾ ਪਾਣੀ ਵਾਂਗ ਬਹਾਇਆ ਉਹਨਾਂ ਨੇ। ਮੈਂ ਕਹਾਂ ਜੀ ਪੁੱਛੋ ਨਾ, ਵਿਆਹ ਜਿਹੜਾ ਇਹ ਵਿਦੇਸ਼ ਦੀ ਧਰਤੀ ਦੇ ਉੱਪਰ ਹੋਇਆ, ਠੀਕ ਹੈ ਜੀ, ਡੈਸਟੀਨੇਸ਼ਨ ਵੈਡਿੰਗ ਕਹਿੰਦੇ ਆ। ਮੈਂ ਕਹਾਂ ਜੀ ਦੇਖੋ ਐਸਾ ਕਮਾਲ ਦਾ ਕੰਮ ਕੀਤਾ ਗਿਆ ਜੀ। ਹਾਏ 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 ਹਾਏ, ਪਤਾ ਨਹੀਂ ਕਿੱਦਾਂ ਦੇ ਪੀਣ ਵਾਲੀਆਂ ਚੀਜ਼ਾਂ, ਪੀਣ ਵਾਲੀਆਂ ਵੀ ਮੈਂ ਕਹਿ ਰਿਹਾ, ਖਾਣ ਵਾਲੀਆਂ ਚੀਜ਼ਾਂ, ਕਿੱਦਾਂ ਦੇ ਉੱਥੇ ਖਾਣੇ ਸੀਗੇ, ਕੈਸੇ ਉੱਥੇ ਹਾਲਾਤ ਸੀਗੇ, ਪ੍ਰਬੰਧ ਸੀਗੇ, ਮਹਿਮਾਨ ਨਵਾਜ਼ੀ ਤੇ ਵਧੀਆ ਸੀ। ਹਾਏ ਹਾਏ ਹਾਏ, ਐਸਾ ਕਮਾਲ ਸੀਗਾ ਨਾ ਕਿ ਦੇਖਣ ਨੂੰ ਹੀ। ਔਰ ਸਾਡੇ ਇੱਧਰ ਵਿਚਾਰੇ ਜਿਹੜੇ ਆਮ ਮੱਧ ਵਰਗੀ ਲੋਕ ਆ, ਸਾਡੇ ਵਰਗੇ, ਮੇਰੇ ਵਰਗੇ, ਉਹਨਾਂ ਦੇ ਵੀ ਵਿਆਹ ਵਿਚਾਰਿਆਂ ਦੇ ਕਾਹਦੇ ਵਿਆਹ ਹੁੰਦੇ ਆ, ਗਰਮੀ ਦੇ ਵਿੱਚ ਵਿਚਾਰੇ ਵਿਆਹ ਹੁੰਦੇ ਆ ਜਾਂ ਕਿਤੇ ਵੀ, ਉਹ ਲਾੜੇ ਦਾ ਵਿਚਾਰੇ ਦਾ ਪਸੀਨਾ ਹੀ ਨਹੀਂ ਸੁੱਕਦਾ। ਕੁਛ ਖਾਂਦਾ ਆ ਉਹ ਪਸੀਨਾ ਅੱਧਾ ਕੁ ਦਾਲ ਸਬਜ਼ੀ ਦੇ ਵਿੱਚ ਪੈਂਦਾ ਹੈ, ਅੱਧਾ ਵਿਚਾਰਾ ਆਪ ਕਰਦਾ। ਨਾਲੇ ਹੁੰਦਾ ਵੀ ਕੀ ਉੱਥੇ, 3 ਤੇ ਸਬਜ਼ੀਆਂ ਹੁੰਦੀਆਂ, ਚੌਥਾ ਖੱਟਾ, 5ਵੇਂ ਚੌਲ, 6ਵਾਂ ਸਲਾਦ ਤੇ 7ਵੇਂ ਜੀਜੇ ਫੁੱਫੜ ਮੂੰਹ ਦੇ ਵਿੱਚ ਚਮਚੇ ਲੈ ਕੇ ਤੁੰਨਣ ਨੂੰ। ਹੋਰ ਉੱਥੇ ਹੁੰਦਾ ਵੀ ਕੀ ਵਿਆਹ ਦੇ ਵਿੱਚ, ਉਹ ਬੰਦਾ ਥੱਕ ਜਾਂਦਾ ਵਿਚਾਰਾ ਖਾ ਕੇ ਚਮਚਿਆਂ ਨੂੰ। ਉਸ ਤੋਂ ਬਾਅਦ ਜਦੋਂ ਵਿਆਹ ਵੀ ਹੋ ਜਾਂਦਾ ਹੈ, ਠੀਕ ਹੈ ਨਾ, ਜਿਹੜੇ ਇਦਾਂ ਦੇ ਅਮੀਰ ਘਰਾਣੇ ਨੇ ਉਹ ਤਾਂ ਵਿਆਹ ਤੋਂ ਬਾਅਦ ਆਪਣੀਆਂ ਘਰ ਵਾਲੀਆਂ ਨੂੰ ਲੈ ਕੇ ਚਲੋ ਘੁੰਮਣ ਫਿਰਨ ਚਲੇ ਜਾਂਦੇ ਨੇ, ਠੀਕ ਹੈ ਨਾ, ਜ਼ਿੰਦਗੀ ਦੇ ਰੰਗ ਮਾਣਦੇ ਨੇ। ਇੱਧਰ ਸਾਡੇ ਵਾਲੇ ਘਰਾਂ ਦੇ ਵਿੱਚ ਟੈਂਟ ਵਾਲੇ ਗੇੜੇ ਮਾਰਨ ਲੱਗ ਪੈਂਦੇ ਨੇ, ਭਾਜੀ ਟੈਂਟ ਦਾ ਹਿਸਾਬ ਕਰ ਦਿਓ, ਉਹ ਭਾਜੀ ਤੁਸੀਂ ਭਾਂਡੇ ਮੋੜ ਕੇ ਗਏ, 3 ਚਮਚੇ ਵਿੱਚੋਂ ਘਟ ਗਏ। ਬੰਦੇ ਦਾ ਤਾਂ ਵਿਆਹ ਤੋਂ ਦੂਸਰੇ ਦਿਨ ਹੀ ਫਿਕਰ ਸ਼ੁਰੂ ਹੋ ਜਾਂਦਾ, ਹਾਲੇ ਘਰ ਵਾਲੀ ਨੇ ਨਵੇਂ ਸਿਆਪੇ ਵੱਖਰੇ ਪਾਉਣੇ ਆ। ਵਿਆਹਾਂ ਤੋਂ ਜੋਗੀ ਜੀ ਯਾਦ ਆਇਆ ਕਿ ਵਿਆਹ ਵੇਲੇ ਜੋ ਘਰ ਦਾ ਮਾਹੌਲ ਹੁੰਦਾ ਹੈ ਉਹ ਵਾਕਈ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ। ਉਹ ਆਪਾਂ ਗੱਲ ਕਰਦੇ ਹਾਂ ਅੱਜ ਪ੍ਰੋਗਰਾਮ ਦੇ ਵਿੱਚ ਰਹਿਣੀ ਬਹਿਣੀ ਦੇ ਵਿੱਚ, ਲੇਕਿਨ ਉਸ ਤੋਂ ਪਹਿਲਾਂ ਅੱਜ ਦੀ ਬੁਝਾਰਤ। ਹਾਏ ਹਾਏ, ਪਹਿਲਾਂ ਦਿਲ ਕਰ ਰਿਹਾ ਕਿ ਬੁਝਾਰਤ ਪਾ ਦਿਓ। ਬੁਝਾਰਤ ਜੀ, ਬੁਝਾਰਤ ਇਸ ਤਰ੍ਹਾਂ ਹੈ ਕਿ ਅਸਮਾਨ ਵੱਲ ਨੂੰ ਨੀ ਧਰੀ, ਅਸਮਾਨ ਵੱਲ ਨੂੰ ਨੀ ਧਰੀ, ਜ਼ਮੀਨ ਵੱਲ ਨੂੰ ਸਾਰਿਆ, ਹਵਾ ਵਗੀ ਤੇ ਡੋਲਣ ਲੱਗਾ, ਵਾਹ ਵਸਾਵਣ ਵਾਲਿਆ। ਕਿਆ ਬਾਤ ਹੈ। ਅਸਮਾਨ ਵੱਲ ਨੀ ਧਰੀ, ਜ਼ਮੀਨ ਵੱਲ ਨੂੰ ਉਸਾਰਿਆ, ਜ਼ਮੀਨ ਵੱਲ ਉਸਾਰਿਆ, ਹਵਾ ਵਗੀ ਡੋਲਣ ਲੱਗਿਆ, ਵਾਹ ਵਸਾਵਣ ਵਾਲਿਆ, ਵਾਹ ਵਸਾਵਣ ਵਾਲਾ। ਯਾਰ ਇਹ
ਹੈ ਔਖੀ ਆ। ਤੈਨੂੰ ਪਤਾ ਮੈਂ ਬਹੁਤਾ ਦਿਮਾਗ ਤੇ ਬੋਝ ਨਹੀਂ ਪਾਉਂਦਾ ਹੁੰਦਾ। ਅੱਛਾ, ਲੋਕੀ ਕਹਿੰਦੇ ਆ ਵੀ ਮੈਂ ਇੱਕ ਵਾਰੀ ਡਾਕਟਰ ਕੋਲ ਗਿਆ ਸੀ, ਉਹ ਕਹਿੰਦਾ ਸੀ ਗੱਲ ਸੁਣ ਲਾ ਵੀ ਕੋਈ ਵੀ ਚਿੰਤਾ ਲੈ ਕੇ ਤੂੰ ਸੌਣਾ ਨਹੀਂ। ਅੱਛਾ। ਤਾਂ ਮੈਂ ਕਿਹਾ ਹੁਣ ਨਿਆਣਿਆਂ ਦੀ ਮੰਮੀ ਨੂੰ ਵੀ ਘਰੋਂ ਕੱਢ ਦਈਏ, ਉਹਨੂੰ ਵੀ ਭੇਜ ਦੇ ਕਿਤੇ, ਹੁਣ ਤਾਂ ਨਾਲ ਲੈ ਕੇ ਸੌਣਾ ਪੈਂਦਾ। ਤੇ ਸੋ ਤੁਸੀਂ ਦੱਸੋ ਵੀ ਇਹ ਕੀ ਆ ਖਾਣ ਬੁਝਾਰਤ ਕੀ ਹੈ? ਉਹ ਦੇਖੋ ਜੋਗੀ ਜੀ, ਕਦੇ ਕਦੇ ਨਾ ਕੁਦਰਤ ਤੇ ਬੜੀ ਹੈਰਾਨੀ ਹੁੰਦੀ ਹੈ ਵੀ ਆਖਰ ਇਹ ਚੀਜ਼ਾਂ ਬਣੀਆਂ ਕਿਵੇਂ। ਕਿੰਨੇ ਆਰਕੀਟੈਕਟ ਬਣਾਇਆ ਸੀਗਾ ਬਿਜੜੇ ਨੂੰ। ਆਏ ਹਾਏ ਹਾਏ ਹਾਏ, ਕੀ ਬਾਤ ਹੈ। ਸੱਚੀ ਮੁੱਚੀ ਬਹੁਤ ਇੰਨਾ ਮਜ਼ਬੂਤ ਹੁੰਦਾ ਬਿਜੜੇ ਦਾ ਆਲਣਾ, ਔਰ ਕਿਸ ਤਰੀਕੇ ਦੇ ਨਾਲ ਉਹਨੂੰ ਹਨਾ, ਜਦੋਂ ਵੀ ਕਿਤੇ ਵੇਖਦੇ ਹੁੰਦੇ ਸੀ ਨਿੱਕੇ ਹੁੰਦੇ ਇੰਨਾ ਜ਼ਿਆਦਾ ਖੁਸ਼ ਹੁੰਦੇ ਸੀ। ਅੱਜ ਕੱਲ ਤਾਂ ਦਿਖਾਈ ਨਹੀਂ ਦਿੰਦੇ। ਉਹ ਦੇਖੋ ਹੁਣ ਦਰਖਤ ਹੀ ਲੋਕਾਂ ਨੇ ਵੜ ਦਿੱਤੇ, ਹੁਣ ਉਹ ਖੂਹਾਂ ਦੇ ਉੱਪਰ ਪਿੱਪਲ ਵੀ ਹੈ ਨਹੀਂ, ਉਹ ਦਰਖਤ ਵੀ ਹੈ ਨਹੀਂ, ਉਹ ਝਿੜੀਆਂ ਵੀ ਹੈ ਨਹੀਂ। ਹੁਣ ਬਿਜੜਾ ਵਿਚਾਰਾ ਜਾਵੇ ਤਾਂ ਜਾਵੇ ਕਿੱਥੇ। ਇੱਕ ਹੋਰ ਖਾਸੀਅਤ ਦੱਸ ਦਵਾਂ ਤੁਹਾਨੂੰ ਬਿਜੜੇ ਦੀ, ਬਿਜੜਾ ਵੀ ਮਨੁੱਖੀ ਪ੍ਰਵਿਰਤੀ ਦਾ ਹੁੰਦਾ ਹੈ। ਪਤਾ ਤੁਹਾਨੂੰ ਇਸ ਗੱਲ ਦਾ? ਤੁਸੀਂ ਆਮ ਤੌਰ ਤੇ ਦੇਖਦੇ ਹੋਵੋਗੇ ਕਿ ਜਿਸ ਵੀ ਦਰਖਤ ਤੇ ਬਿਜੜੇ ਨੇ ਆਲਣਾ ਪਾਇਆ ਹੁੰਦਾ, ਉੱਥੇ ਇੱਕ ਆਲਣਾ ਨਹੀਂ ਹੁੰਦਾ, ਕਿੰਨਾ ਹੀ ਹੁੰਦੇ ਆ। ਸੋਸ਼ਲ ਹੈ ਬੜਾ। ਨਹੀਂ, ਉਹ ਸੋਸ਼ਲ ਨਹੀਂ ਹੈਗਾ, ਉਹ ਆਪਣੀ ਘਰਵਾਲੀ ਤੋਂ ਬਹੁਤ ਡਰਦਾ ਹੈ। ਸੱਚੀ ਗੱਲ ਹੈ, ਉਹ ਇਹ ਮਜ਼ਾਕ ਨਹੀਂ, ਇਹ ਫੈਕਟ ਆ। ਅੱਛਾ। ਹਾਂ, ਜਦੋਂ ਬਿਜੜਾ ਆਪਣਾ ਆਲਣਾ ਬਣਾਉਂਦਾ, ਉਹ ਬਿਜੜੀ ਨੂੰ ਲੈ ਕੇ ਆਉਂਦਾ, ਉਹਨੂੰ ਦਿਖਾਉਂਦਾ ਚੰਗੀ ਤਰ੍ਹਾਂ ਕਿ ਆ ਆਪਾਂ ਆਪਣੇ ਵਾਸਤੇ ਫਲੈਟ ਤਿਆਰ ਕੀਤਾ। ਹਾਂ, ਵੀ ਦੇਖੇ ਤੈਨੂੰ ਪਸੰਦ ਆ। ਹਾਂ। ਅਗਲੀ ਚੁੰਝ ਲਾਉਂਦੀ ਆ। ਨਹੀਂ ਨਹੀਂ, ਉਹ ਫੇਰ ਵਿਚਾਰਾ ਮਿਹਨਤ ਕਰਦਾ, ਢਾਉਂਦਾ ਹੈ, ਫੇਰ ਬਣਾਉਂਦਾ। ਢਾਉਂਦਾ ਨਹੀਂ, ਉਹਨੂੰ ਰਹਿਣ ਦੇਣਾ, ਛੱਡ ਦੇਣਾ। ਅੱਛਾ। ਫਿਰ ਦੂਸਰੇ ਥਾਂ ਫੇ ਆਲਣਾ ਬਣਾਉਂਦਾ। ਜੇ ਉਹ ਵੀ ਨਹੀਂ ਪਸੰਦ ਆ, ਫਿਰ ਤੀਸਰੇ ਥਾਂ, ਫਿਰ ਚੌਥੇ ਥਾਂ, ਫਿਰ ਪੰਜਵੇਂ ਥਾਂ, ਫਿਰ ਛੇਵੇਂ ਥਾਂ, ਜਿੱਥੇ ਪਸੰਦ ਆ ਗਿਆ ਉੱਥੇ ਹੀ ਰਹਿਣਾ, ਉੱਥੇ ਰਿਹਾਇਸ਼। ਸੱਚੀ ਗੱਲ ਹੈ, ਉਹ ਇਹ ਫੈਕਟ ਹੈ, ਇਹ ਹਾਸੇ ਵਾਲੀ ਗੱਲ ਨਹੀਂ, ਇਹ ਫੈਕਟ ਹੈ। ਬਿਜੜਾ ਆਪਣੀ ਬਿਜੜੀ ਨੂੰ ਦਿਖਾਲ ਕੇ ਫਿਰ ਉਹ ਆਲਣਾ, ਉਸ ਆਲਣੇ ਦੇ ਵਿੱਚ ਰਹਿੰਦੇ ਆ ਜਿੱਥੇ ਦੋਨਾਂ ਨੂੰ ਪਸੰਦ ਆ ਗਿਆ। ਔਰ ਇਸੇ ਕਰਕੇ ਉਹਨਾਂ ਦੇ ਆਲਣੇ ਦੇ ਆਲੇ ਦੁਆਲੇ ਬਹੁਤ ਸਾਰੇ ਆਲਣੇ ਹੁੰਦੇ ਆ, ਉਹ ਹੁੰਦੇ ਸਾਰੇ ਖਾਲੀ, ਇੱਕ ਵੱਖਰੀ ਆਪਣੀ ਕਲੋਨੀ 'ਚ ਵਸਾ ਲੈਂਦੇ ਆ। ਫਿਰ ਜਦੋਂ ਛੋਟੇ ਛੋਟੇ ਬੱਚੇ ਹੁੰਦੇ ਆ, ਫਿਰ ਉਹਨਾਂ ਨੂੰ ਕਹਿੰਦੇ ਵੀ ਆਹ ਤੇਰਾ, ਉਹ ਤੇਰਾ, ਉਹ ਤੇਰਾ, ਵੰਡਤੀ ਪ੍ਰਾਪਰਟੀ। ਹਾਂ, ਪ੍ਰਾਪਰਟੀ ਫਿਰ ਵੰਡ ਦਿੰਦੇ ਆ। ਕਿਆ ਬਾਤ ਹੈ ਜੀ, ਬਹੁਤ ਵਧੀਆ ਤੁਸੀਂ ਮੈਨੂੰ ਦੱਸਿਆ, ਮੇਰੀ ਅੱਖਾਂ ਖੋਲ ਦਿੱਤੀਆਂ ਜੀ ਤੁਸੀਂ। ਕਪਾਟ ਖੋਲ ਦਿੱਤੇ ਤੇਰੇ। ਯਾਨੀ ਇਹ ਵੀ ਨੇਚਰ ਹੀ ਆ ਕਿ ਘਰ ਵਾਲੇ ਨੇ ਘਰ ਵਾਲੀ ਦੀ ਮੰਨਣੀ ਜੋ ਮਰਜ਼ੀ ਹੋ ਜਾਏ, ਨਾ ਮੰਨ ਕੇ ਵਿਚਾਰੇ ਨੇ ਰਾਤ ਨੂੰ ਭੁੱਖਾ ਸੌਣਾ। ਬਿਲਕੁਲ ਸਹੀ। ਹਾਂ, ਸੋ ਇਸ ਕਰਕੇ ਘਰ ਵਾਲੀ ਦਾ ਕਿਹਾ ਜ਼ਰੂਰ ਮੰਨਣਾ ਚਾਹੀਦਾ। ਜਿਹੜੇ ਬੰਦੇ ਆਪਣੀ ਘਰ ਵਾਲੀ ਦਾ ਆਖਾ ਨਹੀਂ ਮੰਨਦੇ, ਠੀਕ ਹੈ ਜੀ, ਇਹ ਸੱਚਾਈ ਦੱਸਣ ਲੱਗਾ। ਅੱਛਾ। ਜਿਹੜੇ ਬੰਦੇ ਆਪਣੀ ਘਰ ਵਾਲੀ ਦਾ ਆਖਾ ਨਹੀਂ ਮੰਨਦੇ, ਉਹ ਤੰਗ ਹੁੰਦੇ ਆ। ਨਾ ਸਵੇਰ ਨੂੰ ਚਾਹ ਮਿਲਦੀ ਹੈ, ਨਾ ਦੁਪਹਿਰ ਨੂੰ ਰੋਟੀ ਮਿਲਦੀ, ਨਾ ਸ਼ਾਮ ਨੂੰ ਉਹਨਾਂ ਨੂੰ ਵਿਚਾਰੇ ਪਕੌੜੇ ਮਿਲਦੇ ਆ। ਪਕੌੜੇ ਤਾਂ ਵਿਚਾਰੇ ਨੇ ਕੀ ਖਾਣੇ ਆ, ਗਾਲਾਂ ਹੀ ਮਿਲਦੀਆਂ। ਬਿਲਕੁਲ ਜੀ। ਵਿਆਹਾਂ ਦੀ ਗੱਲ ਕਰ ਰਹੇ ਸੀ ਆਪਾਂ, ਜੇ ਵਿਆਹਾਂ ਦੀ ਗੱਲ ਕਰੀਏ। ਵਿਆਹਾਂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਹੋਰ ਮੇਰੇ ਦਿਮਾਗ ਵਿੱਚ ਆ ਗਈ, ਘਰ ਵਾਲੀ ਦੇ ਆਖਾਂ ਮੰਨਣ ਤੋਂ ਹੀ। ਤੁਹਾਨੂੰ ਪਤਾ ਬਾਹੂਬਲੀ ਫਿਲਮ ਜਿਹੜੀ ਆ, ਉਹਦੇ ਵਿੱਚ ਉਹ ਬੜਾ ਪਸੰਦ ਕੀਤਾ ਗਿਆ, ਉਹ ਜਿਹੜਾ ਫਿਲਮ ਦਾ ਹੀਰੋ ਸੀਗਾ ਬਾਹੂਬਲੀ। ਹਾਂ, ਉਹਨੂੰ ਪਸੰਦ ਕਿਉਂ ਕੀਤਾ ਗਿਆ? ਇਸ ਕਰਕੇ ਥੋੜਾ ਵੀ ਉਹ ਸੋਹਣਾ ਸੀ, ਇਸ ਕਰਕੇ ਥੋੜਾ ਵੀ ਉਹ ਬਹੁਤ ਬਾਹੂਬਲੀ ਸੀ, ਇਸ ਕਰਕੇ ਥੋੜਾ ਵੀ ਉਹ ਬਹੁਤ ਲੜਾਕਾ ਸੀ। ਉਹ ਇਸ ਕਰਕੇ ਕਿਉਂਕਿ ਉਹਨੇ ਭਰੀ ਸਭਾ ਦੇ ਵਿੱਚ ਆਪਣੀ ਮਾਂ ਨੂੰ ਗਲਤ ਕਹਿ ਕੇ ਆਪਣੀ ਘਰ ਵਾਲੀ ਨੂੰ ਸਹੀ ਕਿਹਾ ਸੀ। ਤੁਸੀਂ ਨਾ ਅੱਜ ਵਿਆਹਾਂ ਵਾਲੀ ਗੱਲ ਮੇਰੀ ਵਿੱਚ ਹੀ ਰਹਿਣ ਦਿੱਤੀ, ਫੇਰ ਕਰਾਂਗੇ ਹੁਣ। ਬਿਲਕੁਲ ਜੀ, ਆਪਾਂ ਵਿਆਹ ਦੀ ਗੱਲ ਫੇਰ ਕਰ ਲਾਂਗੇ, ਔਰ ਫੇਰ ਚਾੜ ਲਵਾਂਗੇ ਆਪਾਂ ਕੜਾਈਆਂ। ਬਿਲਕੁਲ ਜੀ। ਹੁਣ ਗੱਲ ਕਰ ਲੈਂਦੇ ਆ ਨਾ ਚਿੱਠੀਆਂ ਦੀ, ਜਿਹੜੀਆਂ ਸਾਨੂੰ ਬੜੇ ਮੋਹ ਦੇ ਨਾਲ, ਬੜੇ ਪਿਆਰ ਦੇ ਨਾਲ ਭੇਜੀਆਂ ਸਾਡੇ ਦਰਸ਼ਕਾਂ ਨੇ। ਜਦੋਂ ਚਿੱਠੀਆਂ ਸਾਨੂੰ ਆਉਂਦੀਆਂ ਨਾ, ਤੇ ਸੱਚਮੁੱਚ ਸਾਡੇ ਮਨਾਂ ਦੇ ਅੰਦਰ ਵੀ ਵਿਆਹ ਵਰਗਾ ਮਾਹੌਲ ਹੁੰਦਾ ਹੈ। ਬਿਲਕੁਲ ਜੀ। ਔਰ ਸਾਡੀਆਂ ਚਿੱਠੀਆਂ ਨਾ ਬਿਲਕੁਲ ਫਨੀ ਹੁੰਦੀਆਂ, ਸਭ ਤੋਂ ਵੱਖਰੀਆਂ ਹੁੰਦੀਆਂ। ਇਹ ਨਹੀਂ ਜੋਗੀ ਜੀ ਅੱਜ ਕਿਹੜੇ ਰੰਗ ਦਾ ਸੂਟ ਪਾਇਆ ਤੁਸੀਂ, ਵਾਹ ਜੋਗੀ ਜੀ ਅੱਜ ਬਹੁਤ ਮਾੜੇ ਲੱਗਦੇ ਪਏ। ਮੈਂ ਤਾਂ ਹੈ ਹੀ ਮਾੜਾ, ਤੂੰ ਬਹੁਤ ਚੰਗੀ ਆ। ਚੰਗੇ ਮੈਂ ਸੋਹਣੀ ਨਹੀਂ ਲੱਗ ਰਹੀ? ਸੋਹਣੀ ਲੱਗਦੀ ਆ। ਔਰ ਅਸੀਂ ਦੇਖੋ, ਅਸੀਂ ਤਾਂ ਇਹ ਕਹਿੰਦੇ ਕਿ ਚੰਗੇ ਲੋਕ ਜਿਹੜੇ ਹੁੰਦੇ ਨੇ ਉਹ ਉੱਜੜ ਜਾਣ, ਚਲੇ ਜਾਣ। ਨਹੀਂ ਦੇਖੋ, ਇਹ ਤਾਂ ਗੱਲ ਹੀ ਆ। ਅੱਛਾ। ਮਾੜੇ ਲੋਕ ਵਸਦੇ ਰਹਿਣਗੇ। ਠੀਕ ਹੈ ਜੀ। ਨਾਜਰ ਹੁਰਾਂ ਨੇ ਚਿੱਠੀ ਲਿਖੀ ਹੈ, ਕਹਿੰਦੇ ਨੇ ਕਿ ਕੁੱਤੇ ਕਾਰਾਂ ਦੇ ਮਗਰ ਕਿਉਂ ਦੌੜਦੇ ਆ। ਓਏ ਹੋਏ ਹੋਏ, ਨਾਜਰ ਹੁਰਾਂ ਦਾ ਸਵਾਲ ਬਹੁਤ ਹੀ ਵੱਡਾ। ਇੱਥੇ ਕੋਈ ਕੁੱਤਖਾਨਾ ਛੇੜ ਸਕਦਾ। ਕੁੱਤੇ ਕਾਰਾਂ ਦੇ ਮਗਰ ਕਿਉਂ ਦੌੜਦੇ ਆ? ਕੁੱਤੇ ਕਾਰਾਂ ਦੇ ਮਗਰ ਇਸ ਕਰਕੇ ਦੌੜਦੇ ਆ ਕਿ ਭਾਈ ਸਾਹਿਬ ਉਹਨਾਂ ਨੇ ਡਰਾਈਵਰ ਨੂੰ ਇਹ ਪੁੱਛਣਾ ਹੁੰਦਾ ਕਿ ਜਿਹੜੇ ਟਾਇਰ ਆ ਇਹ ਤੁਸੀਂ ਕਿੱਥੋਂ ਪਵਾਏ ਆ, ਕਿਹੜੀ ਕੰਪਨੀ ਦੇ ਆ? ਅੱਛਾ। ਅਸੀਂ ਵੀ ਚੌ ਪੈਰਾਂ ਤੇ ਚੱਲ ਚੱਲ ਕੇ ਥੱਕ ਗਏ ਆ, ਤੁਹਾਡੇ ਵਾਂਗੂ 4 ਟਾਇਰ ਜੇ ਸਾਡੇ ਲੱਗੇ ਹੋਣ ਅਸੀਂ ਵੀ ਜ਼ਿਆਦਾ ਸਪੀਡ ਫੜ ਸਕਦੇ ਹਾਂ। ਅੱਛਾ। ਸੋ ਇਹ ਸਲਾਹ ਮਸ਼ਵਰਾ ਹੀ ਕਰ ਲੈਂਦਾ, ਵੀਲ ਬਾਰੇ ਨਹੀਂ ਪੁੱਛਦੇ ਅਗਲੇ। ਉਹੀ, ਉਹਨਾਂ ਨੂੰ ਸੋਹਣੇ ਲੱਗਦੇ ਉਹ। ਅੱਛਾ। ਤੇ ਇਸੇ ਕਰਕੇ ਦੌੜਦੇ ਆ। ਤੇ ਖੈਰ ਉਹ ਵਿਚਾਰੇ ਜਿਹੜੇ ਹੈਗੇ ਆ ਡਰਾਈਵਰ ਡਰ ਜਾਂਦੇ ਆ, ਤੇ ਇਸ ਕਰਕੇ ਉਹ ਕਾਰ ਤੇਜ਼ ਹੀ ਕਰ ਲੈਂਦੇ ਆ। ਜਦੋਂ ਹੌਲੀ ਕਰਦੇ ਕੁੱਤਾ ਰੁਕ ਜਾਂਦਾ ਵੀ ਹਾਂ ਵੀ ਖਰੇ ਉਤਰ ਕੇ ਆਊਗਾ ਵੀ ਸਾਡੇ ਨਾਲ ਸਲਾਹ ਕਰੂਗਾ।
ਹਾਂਜੀ ਵਾਕਈ ਜੀ ਇਹ ਕੁੱਤਿਆਂ ਦੀ ਐਸੋਸੀਏਸ਼ਨ ਦੇ ਨਾਲ ਬਹੁਤ ਸਾਰਾ ਕੰਮ ਕਰ ਚੁੱਕੇ ਨੇ, ਇਸ ਲਈ ਇਹਨਾਂ ਨੂੰ ਪਤਾ ਹੈ। ਦੇਖੋ ਗੱਲ ਹੈ ਵੀ ਇਦਾਂ ਹੀ ਆ ਵੀ ਬੰਦਾ ਵੀ ਕਈ ਵਾਰ ਆਪਣੇ ਘਰ ਦੇ ਵਿੱਚ ਕੁੱਤਾ ਰੱਖਣਾ ਚਾਹੁੰਦਾ ਹੁੰਦਾ, ਪਰ ਕਈ ਵਾਰ ਆਪ ਹੀ ਭੌਂਕਾ ਮਾਰ ਕੇ ਕੰਮ ਸਾਰ ਲੈਂਦਾ। ਬਿਲਕੁਲ ਜੀ। ਅਗਲੀ ਚਿੱਠੀ ਆਈ ਹੈ ਨਿਰਮਲ ਹੋਰਾਂ ਦੀ, ਕਹਿੰਦੇ ਨੇ ਕਿ ਜੇ ਘਰ ਵਾਲੀ ਨੇ ਕੱਦੂ ਬਣਾਇਆ ਹੋਵੇ, ਖਾਣ ਨੂੰ ਜੀ ਕਰੇ ਪਨੀਰ ਦਾ, ਤੇ ਕੀ ਕੀਤਾ ਜਾਵੇ? ਤੁਸੀਂ ਕੱਦੂ ਦੇ ਵਿੱਚ ਨੁਕਸ ਕੱਢ ਦਿਓ ਜੀ। ਆਹੋ, ਕੱਦੂ ਦੇ ਵਿੱਚ ਨੁਕਸ ਕੱਢ ਦਿਓ, ਘਰ ਵਾਲੀ ਸਣੇ ਬੇਲਣੇ ਤੁਹਾਡੇ ਕੋਲ ਆਣ ਕੇ ਐਸੀ ਘੂਰੀ ਮਾਰੂਗੀ ਕਿ ਤੁਹਾਨੂੰ ਕੱਦੂ ਵਿੱਚੋਂ ਪਨੀਰ ਦਾ ਸਵਾਦ ਆਊਗਾ, ਸ਼ਾਹੀ ਪਨੀਰ। ਹਾਏ ਹਾਏ ਹਾਏ, ਮੈਂ ਦੇਖੋ ਆਪੇ ਸਵਾਦ ਬਦਲ ਜਾਣੇ। ਬਿਲਕੁਲ ਜੀ। ਅਗਲੀ ਚਿੱਠੀ ਆਈ ਹੈ ਮੀਨੂ ਦੀ, ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਅੰਗਰੇਜ਼ੀ ਕਿੱਥੇ ਬੋਲੀ ਜਾਂਦੀ ਹੈ? ਸਭ ਤੋਂ ਜ਼ਿਆਦਾ ਅੰਗਰੇਜ਼ੀ ਕਿੱਥੇ ਬੋਲੀ ਜਾਂਦੀ ਆ ਜੀ? ਦੇਖੋ ਵੈਸੇ ਅੰਗਰੇਜ਼ੀ ਜਿਹੜੀ ਆ ਬੋਲਦੇ ਤਾਂ ਅੰਗਰੇਜ਼ੀ ਰਹੇ ਆ, ਤੇ ਪਰ ਅੰਗਰੇਜ਼ੀ ਬੋਲਣ ਦੀ ਜਿਹੜੀ ਆ ਨਾ ਤਾਲੀਮ ਜਿਹੜੀ ਸਾਨੂੰ ਸਾਡੇ ਚਾਚਾ ਜੀ ਨੇ ਦਿੱਤੀ ਆ। ਉਹ ਚਾਚਾ ਜੀ ਥੋੜੇ ਜਿਹੇ ਸ਼ੌਕੀਨ ਕਿਸਮ ਦੇ ਸ਼ਖਸ ਆ, ਪੰਜਾਬੀ ਦੀ ਅਖਬਾਰ ਬਹੁਤ ਪੜ੍ਹਦੇ ਆ ਉਹ, ਠੀਕ ਹੈ ਜੀ। ਅੱਛਾ। ਇੱਕ ਦਿਨ ਉਹਨਾਂ ਦੇ ਘਰ ਅੰਗਰੇਜ਼ੀ ਦੀ ਅਖਬਾਰ ਕੋਈ ਸੁੱਟ ਗਿਆ। ਅੱਛਾ, ਫਿਰ? ਅੰਗਰੇਜ਼ੀ ਦੀ ਕੋਈ ਅਖਬਾਰ ਸੁੱਟ ਗਿਆ ਤੇ ਉਹ ਮੇਰੇ ਕੋਲ ਆਇਆ, ਵਿਚਾਰਾ ਪਸੀਨੋ ਪਸੀਨੀ ਹੋਇਆ, ਤੇ ਕਹਿੰਦਾ ਯਾਰ ਆਪਣੀ ਪੰਜਾਬੀ ਦੀ ਅਖਬਾਰ ਦਿਓ। ਮੈਂ ਕਿਹਾ ਚਾਚਾ ਤੁਹਾਡੇ ਘਰ ਵੀ ਤਾਂ ਆਉਂਦੀ ਆ। ਕਹਿੰਦਾ ਨਹੀਂ ਯਾਰ ਉਹ ਅੰਗਰੇਜ਼ੀ ਦੀ ਸੁੱਟ ਗਿਆ। ਮੈਂ ਕਿਹਾ ਚਾਚਾ ਫਿਰ ਕੀ? ਕਹਿੰਦਾ ਸ਼ਾਮ ਨੂੰ 8 ਵਜੇ ਤੋਂ ਬਾਅਦ ਪੜੂੰਗਾ ਉਹ। ਉਸ ਵੇਲੇ ਪੜ੍ਹਨ ਨੂੰ ਕੋਈ ਅੰਦਰ ਚੱਲ ਜਾਣੀ ਚੀਜ਼ ਉਹਦੇ, ਉਸ ਵੇਲੇ ਸਾਡਾ ਚਾਚਾ ਖੁਦ ਅੰਗਰੇਜ਼ੀ ਬੋਲਦਾ ਹੁੰਦਾ। ਸਾਰੇ ਆਇਲਟਸ ਬਾਰੇ ਹੁੰਦੇ ਆ। ਹਾਂ, ਸੋ ਇਸ ਕਰਕੇ ਭਾਰਤ ਵਿੱਚ ਅੰਗਰੇਜ਼ੀ ਜਿਹੜੀ ਆ ਸ਼ਾਮ ਨੂੰ ਬਹੁਤ ਜ਼ਿਆਦਾ ਬੋਲੀ ਜਾਂਦੀ ਹੈ, 8 ਵਜੇ ਤੋਂ ਬਾਅਦ। ਜੀ ਬਿਲਕੁਲ ਜੀ। ਔਰ ਅਗਲੀ ਚਿੱਠੀ ਸਾਨੂੰ ਭੇਜੀ ਹੈ ਜੀ ਮੋਨਾ ਨੇ, ਕਹਿੰਦੇ ਨੇ ਕਿ ਵਿਆਹਾਂ ਦੇ ਵਿੱਚ ਸਮਝ ਨਹੀਂ ਆਈ ਅੱਜ ਤੱਕ ਵੀ ਡਾਈਨਿੰਗ ਟੇਬਲ ਕਿਉਂ ਦਿੰਦੇ ਆ। ਹਾਂ ਯਾਰ, ਇਹ ਤਾਂ ਸਾਨੂੰ ਵੀ ਨਹੀਂ ਸਮਝ ਆਈ। ਲੋੜ ਤਾਂ ਦੀ ਹੁੰਦੀ ਨਹੀਂ। ਆਹੋ ਵੀ ਵਿਆਹਾਂ ਦੇ ਵਿੱਚ ਜਦੋਂ ਦਾਜ ਦਾ ਸਮਾਨ ਹੋਇਆ, ਖੈਰ ਇਹ ਦਾਜ ਦੇ ਸਮਾਨ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਘਰੇਲੂ ਜ਼ਰੂਰਤਾਂ ਦਾ ਸਮਾਨ ਹੈ, ਉਹਦੇ ਵਿੱਚ ਡਾਈਨਿੰਗ ਸੈੱਟ ਕਿਉਂ ਦਿੰਦੇ ਆ? ਰੋਟੀ ਤਾਂ ਸਾਰਿਆਂ ਨੇ ਮੰਜੇ ਤੇ ਬੈਠ ਕੇ ਖਾਣੀ ਹੁੰਦੀ ਹੈ, ਬੈਡਰੂਮਾਂ ਦੇ ਵਿੱਚ ਖਾਣੀ ਹੁੰਦੀ ਹੈ, ਉਹ ਡਾਈਨਿੰਗ ਸੈੱਟ ਕੀ ਉੱਥੇ ਤੁਸੀਂ ਵੀ ਗੁਲਦਸਤੇ ਸਜਾਉਣ ਨੂੰ ਹੈ? ਇਹ ਜਿਹੜੀ ਥੋੜੀ ਜਿਹੀ ਨਾ ਸੱਚਮੁੱਚ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਭਾਈ ਰੋਟੀ ਤਾਂ ਕੋਈ ਉੱਤੇ ਬੈਠ ਕੇ ਖਾਂਦਾ ਨਹੀਂ, ਤੇ ਉਹ ਦਿੱਤਾ ਕਿਉਂ ਜਾਂਦਾ ਹੈ? ਇਹਦੇ ਨਾਲ ਚੰਗਾ ਕਿ 2 ਬੈੱਡ ਦੇ ਦਿੱਤੇ ਜਾਣ, ਇੱਕ ਤੇ ਸੌਂ ਜਾ ਕਰਨ, ਇੱਕ ਤੇ ਬਹਿ ਕੇ ਰੋਟੀ ਖਾ ਲਿਆ ਕਰ। ਬਿਲਕੁਲ ਜੋਗੀ ਜੀ, ਤੁਹਾਡੀਆਂ ਗੱਲਾਂ ਤੇ ਚਿੱਠੀਆਂ ਇਹ ਦੋਨਾਂ ਦਾ ਸਿਲਸਿਲਾ ਹੁਣ ਸਾਨੂੰ ਇੱਥੇ ਖਤਮ ਕਰਨਾ ਪੈਣਾ ਹੈ। ਅੱਛਾ ਜੀ, ਹੁਣ ਜਾਣਾ ਪੈਣਾ ਜੀ? ਚਲੋ ਤੁਸੀਂ ਜਾਓ, ਫਿਰ ਮੈਂ ਇੱਥੇ ਰਹਿਣਾ। ਕਿਉਂ? ਨਹੀਂ ਯਾਰ, ਸਾਡਾ ਪੰਜਾਬੀ ਨੈਸ਼ਨਲ ਟੀਵੀ ਨਾਲ ਪਿਆਰ ਪੈ ਗਿਆ। ਤੁਹਾਡੇ ਤੋਂ ਬਾਅਦ ਬਾਕੀ ਪ੍ਰੋਗਰਾਮਾਂ ਦੀ ਵੀ ਲੜੀ ਹੈ ਜੀ, ਔਰ ਇਹ ਲੜੀ ਇਸੇ ਤਰ੍ਹਾਂ ਬਰਕਰਾਰ ਰਹੇਗੀ। ਪਰ ਫਿਲਹਾਲ ਮੈਨੂੰ ਰਮਨੀਕ ਨੂੰ, ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਹੀ ਤੁਸੀਂ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।